ਪਤਾ ਲੱਗਿਆ ਹੈ ਕਿ ਇੱਕ ਬੱਚੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਇੱਥੇ ਹੀ ਰਹੀ, ਇੱਥੇ ਹੀ ਵੱਡੀ ਹੋਈ ਅਤੇ ਇੱਥੇ ਰਹਿ ਕੇ ਹੀ ਨਾਲ-ਨਾਲ ਆਪਣੀ ਪੜ੍ਹਾਈ ਕਰਦੀ ਗਈ ਅਤੇ ਹੁਣ ਉਸਨੇ ਲਾਅ ਦੀ ਡਿਗਰੀ ਕੰਪਲੀਟ ਕੀਤੀ, ਜਿਸ ਤੋਂ ਬਾਅਦ ਹੁਣ ਮੋਹਾਲੀ ਡਿਸਟ੍ਰਿਕਟ ਕੋਰਟ ਦੇ ਵਿੱਚ ਉਹ ਆਪਣੀ ਜਿਹੜੀ ਅਗਲੀ ਤਿਆਰੀ ਕਰ ਰਹੀ ਹੈ ਲਾਅ ਦੀ, ਵਕੀਲ ਦੀ ਅਤੇ ਜ਼ਿੰਦਗੀ ਦੀ। ਤੋਂ ਬਾਅਦ ਵਿੱਚ ਮਾਸੀ ਜੀ ਉਹਨਾਂ ਨੇ, ਨਾਨੀ ਜੀ ਉਹਨਾਂ ਦੇ ਕਿਸੇ ਫਰੈਂਡ ਤੋਂ ਪਤਾ ਲੱਗਾ ਇਸ ਜਗ੍ਹਾ ਦੇ ਬਾਰੇ, ਤਾਂ ਫਿਰ ਉਹਨਾਂ ਨੇ ਸਾਨੂੰ ਮਤਲਬ ਇੱਥੇ ਛੱਡ ਕੇ ਗਏ ਸੀ। ਤੇ ਮੈਨੂੰ ਐਵੇਂ ਲੱਗਦਾ ਸੀਗਾ ਕਿ ਹਾਂ ਮੈਂ ਤਾਂ ਜਾਂ ਆਰਮੀ ਵਿੱਚ ਜਾਊਂਗੀ ਜਾਂ ਫਿਰ ਮੈਂ ਲਾਅ ਕਰੂੰਗੀ। ਮੈਂ ਆਰਮੀ ਦੇ ਲਈ NDA ਦਾ ਐਗਜ਼ਾਮ ਦਿੱਤਾ ਸੀਗਾ ਇੱਥੇ ਹੀ, ਬਟ ਲੇਕਿਨ ਮੇਰਾ ਉਹ ਐਗਜ਼ਾਮ ਕਲੀਅਰ ਨਹੀਂ ਸੀ ਹੋਇਆ। ਸਹੇਲੀਆਂ ਦੇ ਨਾਲ ਮੇਰੇ ਖਿਡੌਣੇ ਵੀ, ਬਿਕੋਜ਼ ਜਦੋਂ ਪੇਰੈਂਟਸ ਹੀ ਨਾ ਹੁੰਦੇ ਫਿਰ ਘਰ ਦੇ ਵਿੱਚ ਵੱਡੇ ਹੋਣ ਦੇ ਨਾਲ ਜ਼ਿੰਮੇਵਾਰੀਆਂ ਪੈ ਜਾਂਦੀਆਂ ਏ। ਬ੍ਰਦਰ ਵੀ ਐਵੇਂ ਹੀ NGOs ਵਿੱਚ ਰਹਿ ਕੇ, ਸਿਸਟਰ ਵੀ ਇੱਥੇ ਮੇਰੇ ਨਾਲ ਰਹੀ ਸੀਗੀ। ਫਿਰ ਅਸੀਂ ਇੱਥੇ ਹੀ ਰਹਿ ਕੇ, ਸ਼ਾਇਦ ਸਾਡੀ ਕਿਸਮਤ 'ਚ ਇਹ ਸੀ ਕੁਛ ਵਧੀਆ ਕਰਨਾ, ਇਸ ਕਰਕੇ ਅਸੀਂ ਇੱਥੇ ਆਏ ਹਾਂ। ਨਾਨੀ ਔਰ ਮਾਸੀ ਆਉਂਦੇ ਸੀਗੇ, ਫਿਰ ਕੁਝ ਟਾਈਮ ਬਾਅਦ ਜਦੋਂ ਥੋੜ੍ਹੇ ਸਿਆਣੇ ਹੋ ਗਏ, ਪਤਾ ਚੱਲਣ ਲੱਗ ਗਿਆ ਕਿ ਹਾਂ ਹੁਣ ਵੱਡੇ ਹੋ ਗਏ ਨੇ, ਆਉਣਾ ਜਾਣਾ ਖੁਦ ਹੋ ਗਿਆ ਇਹਨਾਂ ਦਾ, ਉਹਨਾਂ ਨੇ ਆਉਣਾ ਜਾਣਾ ਬੰਦ ਕਰ ਦਿੱਤਾ। ਫਿਰ ਉਹ ਵੀ ਨਹੀਂ ਸੀ ਆਉਂਦੇ, ਤਾਂ ਖੁਦ ਚਲੀ ਜਾਈਦਾ ਆਪਸ ਦੇ ਵਿੱਚ, ਆਪਣੇ ਬ੍ਰਦਰ ਸਿਸਟਰ ਨੂੰ ਮਿਲੇ ਆਉਂਦੇ ਆ, ਨਹੀਂ ਤਾਂ ਕੋਈ ਆਉਂਦਾ ਹੀ ਨਹੀਂ ਹੈ ਮਿਲਣ ਵਾਸਤੇ। ਨਿਊਜ਼ ਓਨਲੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਜਗਵਿੰਦਰ ਸਿੰਘ। ਸਾਡੇ ਇਸ ਪ੍ਰੋਗਰਾਮ ਰੱਬੀ ਰੂਹਾਂ ਦੇ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਹਿੰਦੇ ਨੇ ਕਿ ਘਰ ਦੋ ਚੀਜ਼ਾਂ ਦੇ ਬਿਨਾਂ ਅਧੂਰਾ ਹੁੰਦਾ ਹੈ, ਇੱਕ ਨੀਆਂ ਤੇ ਦੂਸਰੀਆਂ ਧੀਆਂ। ਪਰ ਸਾਡੇ ਸਮਾਜ ਦੇ ਹਾਲਾਤ ਅਜਿਹੇ ਨੇ ਕਿ ਕਈ ਵਾਰ ਆਪਣੀਆਂ ਹੀ ਧੀਆਂ ਨੂੰ ਆਪਣੇ ਹੀ ਸਹਾਰੇ ਬੇਸਹਾਰਾ ਕਰ ਜਾਂਦੇ ਨੇ ਅਤੇ ਕਈ ਵਾਰ ਕਈ ਛੋਟੀਆਂ ਬੱਚੀਆਂ ਰਾਤਾਂ ਨੂੰ ਸੜਕਾਂ ਤੇ ਮਿਲਦੀਆਂ ਨੇ। ਇਸ ਵੇਲੇ ਮੈਂ ਖਰੜ ਦੇ ਵਿੱਚ ਖੜਾ ਤੇ ਮੇਰੇ ਪਿੱਛੇ ਇੱਕ ਸੰਸਥਾ ਜਿਸ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾਉਣੀਆਂ ਚਾਹਾਂਗਾ ਅਤੇ ਇਸ ਸੰਸਥਾ ਦਾ ਨਾਮ ਹੈ ਕੰਨਿਆ ਆਸਰਾ, ਜੋਤੀ ਸਰੂਪ ਕੰਨਿਆ ਆਸਰਾ। ਤੁਹਾਨੂੰ ਦੱਸ ਦਈਏ ਕਿ ਉਹ ਸੰਸਥਾ ਜਿੱਥੇ ਬੇਸਹਾਰਾ ਉਹਨਾਂ ਬੱਚੀਆਂ, ਧੀਆਂ ਅਤੇ ਕੁੜੀਆਂ ਨੂੰ ਪਾਲਿਆ ਜਾ ਰਿਹਾ ਅਤੇ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਉਹਨਾਂ ਬੱਚੀਆਂ ਅਤੇ ਕੁੜੀਆਂ ਨੂੰ ਤਿਆਰੀ ਵੀ ਕਰਵਾਈ ਜਾ ਰਹੀ ਹੈ। ਪਰ ਇਸ ਸੰਸਥਾ ਦੇ ਪਿੱਛੇ ਜਾਂ ਫਿਰ ਉਹਨਾਂ ਬੱਚੀਆਂ ਦਾ ਸਹਾਰਾ ਕੌਣ ਬਣਿਆ ਜੋ ਕਿ ਇੱਥੇ ਕਈ ਲੜਕੀਆਂ ਬੱਚਿਆਂ ਨੂੰ ਪੜ੍ਹਾ ਰਿਹਾ ਤੇ ਉਹਨਾਂ ਦੀ ਚੰਗੀ ਜਿਹੜੀ ਜ਼ਿੰਦਗੀ ਵੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਇਨਸਾਨ ਦੇ ਨਾਲ ਵੀ ਕੌਣ ਹੈ ਉਹ ਇਨਸਾਨ, ਗੱਲਬਾਤ ਕਰਾਂਗੇ ਅਤੇ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਅਤੇ ਬੱਚਿਆਂ ਦੇ ਨਾਲ ਵੀ ਮਿਲਵਾਵਾਂਗੇ ਜੋ ਕਿ ਇੱਥੇ ਰਹਿ ਰਹੀਆਂ ਨੇ। ਤਾਂ ਜੋਤੀ ਸਰੂਪ ਕੰਨਿਆ ਆਸਰਾ ਦੇ ਵਿੱਚ ਅਸੀਂ ਮੌਜੂਦ ਹਾਂ ਤੇ ਮੇਰੇ ਨਾਲ ਹਰਵਿੰਦਰ ਸਿੰਘ ਜੀ ਜੋ ਕਿ ਇਸ ਆਸਰੇ ਨੂੰ ਚਲਾ ਰਹੇ ਨੇ ਤੇ ਨਾਲ 150 ਦੇ ਕਰੀਬ ਜਿਹੜੀਆਂ ਬੱਚੀਆਂ ਨੇ ਉਹਨਾਂ ਦਾ ਵੀ ਦੇਖ ਰੇਖ ਹਰਵਿੰਦਰ ਸਿੰਘ ਜੀ ਕਰ ਰਹੇ ਨੇ। ਸਰ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਨਾਲੇ ਬਹੁਤ ਵਧਾਈ ਦੇ ਪਾਤਰ ਵੀ ਹੋ ਤੁਸੀਂ, ਜਿਸ ਤਰੀਕੇ ਦਾ ਤੁਸੀਂ ਇਹ ਸ਼ਲਾਘਾਯੋਗ ਇੱਕ ਕਦਮ ਆਪਣੀ ਜ਼ਿੰਦਗੀ ਦੇ ਵਿੱਚ ਚੁੱਕਿਆ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ। ਸਰ ਅੱਜ ਦੀ ਜੇਕਰ ਮੈਂ ਗੱਲ ਕਰਾਂ, ਕਹਿੰਦੇ ਹੁੰਦੇ ਨੇ ਕਿ ਘਰ ਦੋ ਚੀਜ਼ਾਂ ਤੋਂ ਬਿਨਾਂ ਅਧੂਰਾ ਹੁੰਦਾ, ਇੱਕ ਨੀਆਂ ਤੇ ਦੂਸਰੀਆਂ ਧੀਆਂ। ਪਰ ਜਿਸ ਤਰੀਕੇ ਦੇ ਹਾਲਾਤ ਆਪਣੇ ਸਮਾਜ ਦੇ ਵਿੱਚ ਬਣੇ ਹੋਏ ਨੇ, ਕਈ ਆਪਣੇ ਹੀ ਸਹਾਰੇ ਬੇਸਹਾਰਾ ਕਰਕੇ ਸੜਕਾਂ 'ਤੇ ਵੀ ਧੀਆਂ ਨੂੰ ਛੱਡ ਜਾਂਦੇ ਨੇ, ਜੋ ਕਿ ਇਸ ਸੱਚਾਈ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਪਰ ਜਿਸ ਤਰੀਕੇ ਦਾ ਤੁਸੀਂ ਕਦਮ ਚੁੱਕਿਆ, ਕਿਵੇਂ ਇਹ ਸੋਚ ਆਈ ਅਤੇ ਕਿਵੇਂ ਸ਼ੁਰੂਆਤ ਕੀਤੀ ਅਤੇ ਕਿਵੇਂ ਹੁਣ ਤੱਕ ਦਾ ਜਿਹੜਾ ਲੋਕਾਂ ਤੋਂ ਰਿਸਪੌਂਸ ਇਸ ਦਾ ਤੁਹਾਨੂੰ ਮਿਲ ਰਿਹਾ? ਮੈਂ ਜੋਤੀ ਸਰੂਪ ਕੰਨਿਆ ਆਸਰਾ ਦੀ ਸ਼ੁਰੂਆਤ 1998 ਦੇ ਵਿੱਚ ਕੀਤੀ ਸੀ, 4 ਬੱਚਿਆਂ ਨੂੰ ਇੱਕ ਕਿਰਾਏ ਦਾ ਕਮਰਾ ਲੈ ਕੇ। ਮੇਰੀ ਸੋਚ ਸ਼ੁਰੂ ਤੋਂ ਇਹੀ ਹੈ ਕਿ ਕੋਈ ਵੀ ਲੜਕੀ ਜਿਹੜੀ ਹੈ ਉਹ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ, ਉਹ ਜੋਬ ਓਰੀਐਂਟਡ ਹੋਣੀ ਚਾਹੀਦੀ, ਤਾਂ ਕਿ ਜੇ ਜ਼ਿੰਦਗੀ 'ਚ ਉਹਨੂੰ ਕੋਈ ਮੁਸ਼ਕਿਲ ਆਵੇ ਤਾਂ ਕਮ ਸੇ ਕਮ ਉਹਨੇ ਬੱਚਿਆਂ ਨੂੰ ਪਾਲ ਸਕਦੀ ਹੋਵੇ। ਇਸ ਕਰਕੇ ਮੇਰੇ ਮਨ ਦਾ ਸ਼ੁਰੂ ਜਦੋਂ ਤੋਂ ਮੈਂ ਮਤਲਬ ਕਿ ਕਾਲਜ ਲਾਈਫ ਤੋਂ ਮੇਰੇ ਦਿਮਾਗ 'ਚ ਹੁੰਦਾ ਸੀ ਵੀ ਨਹੀਂ, ਲੜਕੀ ਪੜ੍ਹੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਪਰਮਾਤਮਾ ਨੇ ਕਿਰਪਾ ਕੀਤੀ ਅਤੇ ਮੇਰੇ ਕੰਟੈਕਟ ਦੇ ਵਿੱਚ 4 ਬੱਚੀਆਂ 1998 ਦੇ ਵਿੱਚ ਆਈਆਂ। ਉਹਨਾਂ ਨੂੰ ਮੈਂ ਕਿਰਾਏ ਦਾ ਕਮਰਾ ਲੈ ਕੇ ਮੈਂ ਉਹਨਾਂ ਨੂੰ ਉੱਥੇ ਉਹਨਾਂ ਦੀ ਐਜੂਕੇਸ਼ਨ ਸਟਾਰਟ ਕਰਤੀ ਸੀ। ਲੇਕਿਨ ਉਦੋਂ ਵੀ ਮੇਰੇ ਮਨ 'ਚ ਇਹ ਵਿਚਾਰ ਨਹੀਂ ਸੀਗਾ ਕਿ ਮੈਂ ਕੋਈ ਸੰਸਥਾ ਚਲਾਉਣੀ ਹੈ ਜਾਂ ਕੋਈ ਸੰਸਥਾ ਚੱਲ ਜਾਏਗੀ। ਮੇਰੇ ਵਿਚਾਰ ਸੀਗੇ ਵੀ 4 ਬੱਚੇ ਹੈਗੇ, ਇਹਨਾਂ ਨੂੰ ਮੈਂ ਐਜੂਕੇਸ਼ਨ ਦੇਵਾਂਗਾ ਅਤੇ ਇਹਨਾਂ ਨੂੰ ਚੰਗੀ ਪੜ੍ਹਾਈ ਲਿਖਾਈ ਹੋ ਜਾਏਗੀ, ਚਲੋ ਸੈਟਲ ਹੋ ਜਾਣਗੇ। ਲੇਕਿਨ ਪਰਮਾਤਮਾ ਦੀ ਮਰਜ਼ੀ ਨਾਲ ਬੱਚੇ ਵੱਧਦੇ ਚਲੇ ਗਏ ਅਤੇ ਹੌਲੀ ਫਿਰ ਇਸ ਟਾਈਮ ਸਾਡੇ ਕੋਲ 150 ਬੱਚੇ ਹੈਗੇ। ਮੇਰਾ ਜੋ ਮੇਨ ਉਦੇਸ਼ ਹੈ
ਉਹ ਇਹੀ ਹੈ ਕਿ ਕੋਈ ਵੀ ਲੜਕੀ ਬੇਸਹਾਰਾ ਨਹੀਂ ਰਹਿਣੀ ਚਾਹੀਦੀ, ਬਿਨਾਂ ਛੱਤ ਤੋਂ ਨਹੀਂ ਰਹਿਣੀ ਚਾਹੀਦੀ ਤੇ ਬਿਨਾਂ ਐਜੂਕੇਸ਼ਨ ਤੋਂ ਨਹੀਂ ਰਹਿਣੀ ਚਾਹੀਦੀ। ਔਰ ਮੈਂ ਆਪਣੇ ਉਦੇਸ਼ ਵਿੱਚ ਤੇ ਮੈਂ ਆਪਣੇ ਉਦੇਸ਼ ਵਿੱਚ ਲੱਗਾ ਹੋਇਆ ਤੇ ਹੌਲੀ ਹੌਲੀ ਲੋਕਾਂ ਦਾ ਰਿਸਪੌਂਸ ਮੈਨੂੰ ਬਹੁਤ ਹੈ, ਕਾਫੀ ਲੋਕੀ ਮੇਰੀ ਮਦਦ ਕਰਦੇ ਨੇ ਤੇ ਅਸੀਂ ਇਹ ਕੰਮ ਕਰ ਰਹੇ ਹਾਂ। ਸਰ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ 4 ਕੁੜੀਆਂ ਤੋਂ ਸ਼ੁਰੂਆਤ ਹੋਈ ਤੇ ਅੱਜ ਇਸ ਸੰਸਥਾ ਦੇ ਵਿੱਚ 150 ਦੇ ਕਰੀਬ ਕੁੜੀਆਂ ਨੇ, ਪੜ੍ਹ ਵੀ ਰਹੀਆਂ ਨੇ, ਪਰ 25 ਸਾਲ ਹੋ ਗਏ। 1998 ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕਈ ਸਾਲ ਪਹਿਲਾਂ ਦੀ ਜਦੋਂ ਗੱਲ ਕਰੀਏ, ਜਦੋਂ ਇਹ ਤੁਸੀਂ ਸੋਚਿਆ ਸੀ, ਤੁਹਾਡੇ ਜ਼ਿਹਨ ਦੇ ਵਿੱਚ ਇਹ ਆਇਆ ਕਿ ਮੈਂ ਕੁੜੀਆਂ ਨੂੰ ਪੜ੍ਹਾਉਣਾ ਜੋ ਬੇਸਹਾਰਾ ਹੋ ਚੁੱਕੀਆਂ ਨੇ, ਪਰਿਵਾਰ ਦੇ ਨਾਲ ਗੱਲ ਕੀਤੀ ਹੋਣੀ, ਕਿਉਂਕਿ ਹਰ ਕੋਈ ਮੈਨੂੰ ਲੱਗਦਾ ਪਰਿਵਾਰ ਦੇ ਆਪਣੇ ਮਾਤਾ ਪਿਤਾ ਵੀ ਇਹੀ ਚਾਹੁੰਦੇ ਹੁੰਦੇ ਨੇ ਕਿ ਆਪ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ, ਪਰ ਤੁਸੀਂ ਦੂਸਰਿਆਂ ਨੂੰ ਅੱਗੇ ਵਧਾ ਰਹੇ ਹੋ। ਤਾਂ ਉਦੋਂ ਪਰਿਵਾਰ ਦਾ ਕਿਹੋ ਜਿਹਾ ਰਿਸਪੌਂਸ ਮਿਲਿਆ ਸੀ ਕਿ ਪਰਿਵਾਰ ਨੇ ਕਿਹਾ ਸੀ ਤੁਸੀਂ ਇੱਦਾਂ ਚਲੋ ਕਰ ਲਓ ਕੰਮ ਜੋ ਤੁਸੀਂ ਇੱਕ ਸੁਸਾਇਟੀ ਦੇ ਲਈ ਕਰਨਾ ਚਾਹੁੰਦੇ ਹੋ? ਹਾਂਜੀ, ਪਰਿਵਾਰ ਦਾ ਮੈਨੂੰ ਪੂਰਾ ਸਹਿਯੋਗ ਹੈ। ਮੇਰੇ ਮਾਤਾ ਜੀ ਜੋ ਇਸ ਸਮੇਂ ਦੁਨੀਆ ਦੇ ਵਿੱਚ ਨਹੀਂ ਹੈ, ਉਹਨਾਂ ਨੇ ਮੈਨੂੰ ਬਹੁਤ ਸ਼ੁਰੂ ਬਹੁਤ ਸਹਿਯੋਗ ਦਿੱਤਾ। ਉਸ ਤੋਂ ਬਾਅਦ ਮੇਰੀ ਵਾਈਫ ਹੈ, ਮੇਰਾ ਬੇਟਾ ਹੈ, ਉਹਨਾਂ ਨੇ ਮੈਨੂੰ ਪੂਰਾ ਸਹਿਯੋਗ ਹੈ, ਹੁਣ ਵੀ ਸਹਿਯੋਗ ਹੈ। ਇਸੇ ਕਰਕੇ ਫਿਰ ਮੈਂ ਕੰਮ ਤੇ ਲੱਗਾ। ਤੇ ਕਿੰਨਾ ਕੁ ਔਖਾ ਰਿਹਾ ਹੋਣਾ ਇਹ, ਕਿਉਂਕਿ ਸੌਖਾ ਕੰਮ ਨਹੀਂ ਜਿਹੜਾ ਤੁਸੀਂ ਕਰ ਰਹੇ ਹੋ। 4 ਕੁੜੀਆਂ ਤੋਂ ਜੇ ਅੱਜ 150 ਕੁੜੀਆਂ ਇਸ ਸੰਸਥਾ ਦੇ ਵਿੱਚ ਆਪਣਾ ਪਾਲਣ ਪੋਸ਼ਣ ਵੀ ਕਰ ਰਹੀਆਂ ਨੇ, ਨਾਲ ਨਾਲ ਪੜ੍ਹਾਈ ਵੀ ਕਰ ਰਹੀਆਂ ਨੇ, ਕਿੰਨਾ ਕੁ ਔਖਾ ਰਿਹਾ ਸਫ਼ਰ? ਸ਼ੁਰੂ 'ਚ ਤਾਂ ਬੜਾ ਔਖਾ ਸੀ। ਸ਼ੁਰੂ 'ਚ ਫੰਡਿੰਗ ਦੀ ਬਹੁਤ ਕਮੀ ਸੀਗੀ, ਕਿਉਂਕਿ ਸਾਡੀ ਸੰਸਥਾ ਜਦੋਂ ਅਸੀਂ ਸ਼ੁਰੂ ਕੀਤੀ ਹੈ, ਉਦੋਂ ਅਸੀਂ ਇੱਕ ਇਹੀ ਕਰਿਆ ਸੀ, ਪਰਮਾਤਮਾ ਅੱਗੇ ਵੀ ਅਸੀਂ ਲੋਕਾਂ ਦੇ ਘਰ ਡੋਰ ਟੂ ਡੋਰ ਮੰਗਣ ਨਹੀਂ ਜਾਣਾ ਹੈਗਾ। ਜਿਹਨੂੰ ਸਾਡਾ ਕੰਮ ਚੰਗਾ ਲੱਗੇਗਾ ਸਾਨੂੰ ਦੇ ਸਕਦਾ। ਇਸ ਕਰਕੇ ਸਟਾਰਟਿੰਗ 'ਚ ਬੜੀ ਸਾਨੂੰ ਮੁਸ਼ਕਿਲ ਆਈ, ਫੰਡ ਦੀ ਵੀ ਬੜੀ ਮੁਸ਼ਕਿਲ ਆਈ, ਰਿਹਾਇਸ਼ ਦੀ ਬੜੀ ਮੁਸ਼ਕਿਲ ਸੀ, ਲੇਕਿਨ ਹੁਣ ਪਰਮਾਤਮਾ ਦੀ ਕਿਰਪਾ ਹੈ, ਸਭ ਠੀਕ ਹੈ। ਹੁਣ ਕੀ ਲੋਕਾਂ ਦੇ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ? ਡੋਨੇਸ਼ਨ ਆਪਾਂ ਕਹਿ ਲਈਏ, ਚਲੋ ਜੇ ਆਪਾਂ ਫੰਡਿੰਗ ਨਹੀਂ ਕਹਾਂਗੇ, ਡੋਨੇਸ਼ਨ? ਹਾਂਜੀ, ਲੋਕੀ ਬਹੁਤ ਡੋਨੇਸ਼ਨ ਕਰਦੇ ਆ ਤੇ ਸਭ ਨਾਲੋਂ ਜ਼ਿਆਦਾ ਡੋਨੇਸ਼ਨ ਸਾਨੂੰ ਮਮਤਾ ਫਾਊਂਡੇਸ਼ਨ ਆਫ ਕੈਨੇਡਾ ਤੋਂ ਆਉਂਦੀ ਹੈ। ਸਾਡੇ ਮੱਖਣ ਭਾਜੀ ਨੇ, ਉਹਨਾਂ ਨੇ ਕੋਈ ਬਹੁਤ ਸਾਲ ਹੋ ਗਏ, ਮੇਰੇ ਖਿਆਲ 10-12 ਸਾਲ ਤੋਂ ਉੱਪਰ ਹੋ ਗਿਆ, ਉਹ ਸਾਡੀ ਬਹੁਤ ਮਦਦ ਕਰਦੇ ਆ। ਬਿਲਡਿੰਗ ਬਣਾਉਣ ਦੇ ਵਿੱਚ, ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ, ਹਰ ਤਰ੍ਹਾਂ ਦੀ ਮਦਦ ਜਿਹੜੀ ਆ ਉਹਨਾਂ ਨੂੰ ਮਿਲੀ ਹੈ ਸਾਨੂੰ। ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਉਪਰਾਲਾ ਕਰ ਰਹੇ ਹੋ ਤਾਂ ਸਰਕਾਰ ਦੀਆਂ ਨਿਗਾਹ ਦੇ ਵਿੱਚ ਤੁਸੀਂ ਜ਼ਰੂਰ ਆ ਜਾਂਦੇ ਹੋ। ਨਿਗਾਹ ਦੇ ਵਿੱਚ ਆਏ, ਸਰਕਾਰ ਦੇ ਵੱਲੋਂ ਕੋਈ ਪਹਿਲ ਕੀਤੀ ਗਈ ਤੁਹਾਡੇ ਵੱਲ? ਨਹੀਂ, ਗਵਰਨਮੈਂਟ ਵੱਲੋਂ ਸਾਨੂੰ ਕੋਈ ਡੋਨੇਸ਼ਨ ਨਹੀਂ ਹੈ, ਕੋਈ ਫੰਡਿੰਗ ਨਹੀਂ ਹੈਗੀ, ਸਾਰੀ ਪਬਲਿਕ ਫੰਡਿੰਗ ਹੈ ਸਾਡੀ। ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇੱਥੇ ਬੱਚੀਆਂ ਨੇ 150 ਦੇ ਕਰੀਬ, ਮੈਂ ਵੀ ਵੇਖ ਰਿਹਾ ਸੀ, ਉਹ ਕੋਈ ਸਕੂਲ 'ਚੋਂ ਆ ਰਹੀ ਸੀ, ਸਮਾਂ ਹੋ ਚੱਲਿਆ ਕਿਉਂਕਿ ਛੁੱਟੀ ਦਾ। ਜਿਹੜਾ ਤੁਸੀਂ ਬੱਚਿਆਂ ਨੂੰ ਪੜ੍ਹਾਉਣ ਦਾ ਸੋਚਿਆ, ਕਿਸ ਤਰ੍ਹਾਂ ਇੱਕੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਹੋ ਜਾਂ ਕਿਸ ਤਰ੍ਹਾਂ ਹੈ? ਨਹੀਂ, ਸਾਡੀਆਂ ਬੱਚੀਆਂ 5-6 ਸਕੂਲਾਂ ਦੇ ਵਿੱਚ ਹੈਗੇ। ਕੁਝ ਬੱਚੇ ਪ੍ਰਾਈਵੇਟ ਸਕੂਲਾਂ 'ਚ ਹੈਗੇ, CBSE ਪੈਟਰਨ 'ਚ ਹੈ, ਕੁਝ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਹੈ। ਵੱਡੇ ਬੱਚੇ ਜਿਹੜੇ ਕਾਲਜ ਦੇ ਵਿੱਚ ਹੈਗੇ ਆ, ਕੋਈ ਬੱਚਾ ਲਾ ਕਰ ਰਿਹਾ, ਕੋਈ B.Ed ਕਰ ਰਿਹਾ, ਕੋਈ ਨਰਸਿੰਗ ਹੈ, ਕੋਈ BCA BBA। ਤੇ 2 ਲੜਕੀਆਂ ਮੇਰੀਆਂ ਹੁਣੀ ਪਿਛਲੇ ਸਾਲ ਹੀ ਲਾ ਕਰਕੇ ਹਟੀਆਂ, ਹੁਣ ਉਹ DLSA 'ਚ ਆਪਣਾ ਡਿਸਟ੍ਰਿਕਟ ਕੋਰਟ ਦੇ ਵਿੱਚ ਜੋਬ ਕਰਦੀਆਂ। ਤੇ 15 ਲੜਕੀਆਂ ਸਾਡੀ ਹੋਰ ਡਿਫਰੈਂਟ ਜਗ੍ਹਾ ਤੋਂ ਇਸ ਤੋਂ ਪਹਿਲਾਂ ਜੋਬ ਕਰਦੀਆਂ, ਕੋਈ ਜਲੰਧਰ ਹੈ, ਕੋਈ ਮੋਹਾਲੀ ਹੈ, ਕੋਈ ਅੰਮ੍ਰਿਤਸਰ ਹੈ। ਤੇ ਇਸ ਤਰ੍ਹਾਂ ਹੈਗਾ, ਸਾਰੇ ਬੱਚੇ ਅਲੱਗ-ਅਲੱਗ ਸਕੂਲਾਂ ਵਿੱਚ ਪੜ੍ਹਦੇ। ਸਕੂਲਾਂ ਮਤਲਬ ਕਾਲਜਸ ਵਗੈਰਾ 'ਚੋਂ ਆਪਣੀ ਪੜ੍ਹਾਈ ਪੂਰੀ ਕਰ ਰਹੇ ਨੇ। ਪਰ ਜਿਸ ਤਰ੍ਹਾਂ ਕਈ ਵਾਰ ਜ਼ਿਕਰ ਇਹ ਵੀ ਆ ਜਾਂਦਾ ਹੁੰਦਾ, ਆਪਾਂ ਸਮਾਜ ਦੀ ਜਦੋਂ ਗੱਲ ਕਰਦੇ ਹਾਂ, ਕਿ ਕੁੜੀਆਂ ਨੂੰ ਕਈ ਵਾਰ ਇਹ ਹੁੰਦਾ ਕਿ ਸਭ ਕੁਝ ਹੁੰਦਾ ਪਰ ਫਿਰ ਵੀ ਉਹਨਾਂ ਨੂੰ ਉਹਨਾਂ ਨਹੀਂ ਪੜ੍ਹਾਇਆ ਜਾਂਦਾ। ਜਦੋਂ ਤੁਸੀਂ ਇੱਥੋਂ ਇਸ ਸੰਸਥਾ ਦੀਆਂ ਜਿਹੜੀਆਂ ਕੁੜੀਆਂ ਨੇ ਸਕੂਲ ਦੇ ਵਿੱਚ ਜਾਂਦੀਆਂ ਨੇ ਦਾਖਲਾ ਕਰਵਾਉਣ ਦੇ ਲਈ, ਐਡਮਿਸ਼ਨ ਕਰਵਾਉਣ ਦੇ ਲਈ, ਜਾਂ ਫਿਰ ਕਾਲਜ ਦੇ ਵਿੱਚ ਜਾਂਦੇ ਹੋ, ਕਦੇ ਕਿਸੇ ਕਾਲਜ ਜਾਂ ਸਕੂਲ ਦੇ ਵੱਲੋਂ ਕੋਈ ਇਹ ਸੋਚ ਕੇ ਉਹਨਾਂ ਨੂੰ ਫ੍ਰੀ ਦੇ ਵਿੱਚ ਪੜ੍ਹਾਇਆ ਗਿਆ? ਬਹੁਤ ਔਖਾ ਹੋਣਾ ਮੇਰੇ ਖਿਆਲ ਇਹ ਸਕੂਲ ਕਾਲਜਸ ਵਗੈਰਾ ਦੇ ਲਈ, ਬਟ ਕਈ ਵਾਰ ਹੁੰਦਾ ਕਿ ਉਹ ਇਨਸਾਨੀਅਤ ਦੇ ਨਾਤੇ ਕਈ ਵਾਰ ਇਹ ਜਿਹਾ ਕਦਮ ਵੀ ਚੱਕ ਲੈਂਦੇ ਨੇ। ਹਾਂਜੀ, ਕਈ ਸਕੂਲ ਵਾਲੇ ਹੈਗੇ ਜਿਹੜੇ ਸਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਜਾਂ ਟਰਾਂਸਪੋਰਟ ਵਗੈਰਾ ਦੇ ਨੇ। ਜਿਸ ਤਰ੍ਹਾਂ ਗਿਲਕੋ ਇੰਟਰਨੈਸ਼ਨਲ ਸਕੂਲ ਹੈ, ਗਿੱਲ ਸਾਹਿਬ ਨੇ ਇੱਥੇ ਉਹਨਾਂ ਨੇ ਦਿੱਤਾ ਹੋਇਆ ਹੈ। ਐਨੀ ਪਬਲਿਕ ਸਕੂਲ ਹੈ ਤੇ ਐਂਜਲ ਵਰਡ ਸਕੂਲ ਹੈ, ਉਹ ਉੱਥੇ ਸਾਡੇ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਹੈ। ਬਾਕੀ ਸਕੂਲਾਂ ਜਿਸ ਤਰ੍ਹਾਂ ਗਵਰਨਮੈਂਟ ਸਕੂਲ ਹੈ, ਉੱਥੇ ਫੀਸ ਦੇਣੀ ਪੈਂਦੀ ਹੈ, ਜਾਂ ਕਾਲਜ ਵਗੈਰਾ 'ਚ ਫੀਸ ਦੇਣੀ ਪੈਂਦੀ ਸਾਨੂੰ। ਅਤੇ ਸਰ, ਜੇਕਰ ਖਾਣ ਪੀਣ ਦੀ ਗੱਲ ਕਰੀਏ ਇੱਥੇ ਸੰਸਥਾ ਦੇ ਵਿੱਚ, ਕਿਉਂਕਿ ਇਹ ਮੁਮਕਿਨ ਨਹੀਂ ਹੁੰਦਾ ਜੇ 150 ਇੱਥੇ ਬੱਚੀਆਂ ਰਹਿ ਰਹੀਆਂ ਨੇ, ਉਹਨਾਂ ਦਾ ਖਾਣ ਪੀਣ ਦਾ ਹੋਰ ਬਹੁਤ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਨੇ, ਕਿਸ ਤਰ੍ਹਾਂ ਉਹ ਸਾਰਾ ਕਰਦੇ ਹੋ? ਕੌਣ ਕੌਣ ਤੁਹਾਡੇ ਨਾਲ ਇਸ ਰਾਹ ਦੇ ਉੱਪਰ ਚੱਲ ਰਿਹਾ ਅਤੇ ਕੌਣ ਕੌਣ ਤੁਹਾਡਾ ਸਾਥ ਦੇ ਰਿਹਾ? ਸਾਡੇ ਇੱਥੇ ਸਟਾਫ ਅਸੀਂ ਰੱਖਿਆ ਹੋਇਆ 18 ਸਾਡੇ ਕੋਲ ਸਟਾਫ ਦੇ ਹੈਗੇ, ਸਾਡੇ ਕੇਅਰ ਟੇਕਰਸ ਹੈਗੇ। ਬਾਕੀ ਸਾਡੀ ਆਪਣਾ ਕਮੇਟੀ ਬਣੀ ਹੋਈ ਹੈ, ਸਾਡੇ ਮੈਂਬਰ ਜਿਹੜੇ ਮੇਰੇ ਸਾਥੀ ਨੇ ਸਾਡਾ ਪੂਰਾ ਸਾਥ ਦਿੰਦੇ ਨੇ, ਅਸੀਂ ਰਲ ਮਿਲ ਕੇ ਸਾਰਾ ਕੰਮ ਕਰਦੇ ਹਾਂ।
ਕਈ ਵਾਰ ਮੈਂ ਕਈ ਸੰਸਥਾਵਾਂ ਦੇ ਵਿੱਚ ਜਾਂਦਾ ਤਾਂ ਉੱਥੇ ਜਿਹੜੇ ਬੱਚੇ ਹੁੰਦੇ ਨੇ, ਖਾਸ ਕਰ ਮੁੰਡੇ ਜਾਂ ਫਿਰ ਕੁੜੀਆਂ ਛੋਟੀ ਉਮਰ ਦੇ, ਉਹਨਾਂ ਨੂੰ ਜਿੱਥੇ ਸਕੂਲ ਦੇ ਨਾਲ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ ਤਾਂ ਸ਼ਾਮ ਨੂੰ ਖੇਡਣ ਦਾ ਵੀ ਇੱਕ ਵੱਖਰਾ ਉਹਨਾਂ ਦੇ ਲਈ ਟਾਈਮ ਟੇਬਲ ਜਾਂ ਫਿਰ ਸ਼ੈਡਿਊਲ ਜਿਹੜਾ ਬਣਾਇਆ ਹੁੰਦਾ ਕਿ ਇਸ ਸੰਸਥਾ ਦੇ ਵਿੱਚ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵੱਲ ਵੀ ਪ੍ਰੇਰਿਤ ਕੀਤਾ ਜਾ ਰਿਹਾ। ਹਾਂਜੀ, ਸਾਡੇ ਇੱਥੇ ਇੱਕ ਟਾਈਮ ਟੇਬਲ ਬਣਿਆ ਹੋਇਆ ਵੀ ਕਿਸ ਟਾਈਮ ਬੱਚੇ ਨੇ ਪੜ੍ਹਨਾ ਹੈ, ਕਿਸ ਟਾਈਮ ਬੱਚੇ ਨੇ ਖੇਡਣਾ ਹੈ, ਕਿਸ ਟਾਈਮ ਟੀਵੀ ਵੇਖਣਾ ਹੈਗਾ ਜਾਂ ਕਿਸ ਟਾਈਮ ਬੱਚੇ ਨੇ ਪਾਠ ਕਰਨਾ ਹੈ, ਸਾਰਾ ਅਸੀਂ ਸ਼ੈਡਿਊਲ ਬਣਾਇਆ, ਸ਼ੈਡਿਊਲ ਦੇ ਮੁਤਾਬਿਕ ਸਾਰਾ ਚੱਲਦਾ ਇੱਥੇ। ਤੇ ਸਰ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸ਼ੁਰੂਆਤ ਦੇ ਵਿੱਚ 4 ਕੁੜੀਆਂ ਸੀ ਤੇ ਅੱਜ ਹੁਣ 150 ਕੁੜੀਆਂ ਇਸ ਸੰਸਥਾ ਦੇ ਵਿੱਚ ਰਹਿ ਰਹੀਆਂ ਨੇ, ਆਪਣਾ ਜੀਵਨ ਭਵਿੱਖ ਬਣਾ ਰਹੀਆਂ ਨੇ, ਪਰ ਜੇਕਰ ਮੈਂ ਤੁਹਾਨੂੰ ਇਹ ਸਵਾਲ ਕਰਾਂ, ਕਿਉਂਕਿ ਆਮ ਤੌਰ ਤੇ ਆਪਾਂ ਦੁਨੀਆ ਦੇ ਵਿੱਚ ਦੇਖਦੇ ਹਾਂ ਕਿ ਜ਼ਿਆਦਾਤਰ ਇਹੀ ਹੁੰਦਾ, ਜਾਂ ਤਾਂ ਸੜਕਾਂ ਤੇ ਬੇਸਹਾਰਾ ਹੋ ਜਾਂਦੀਆਂ ਨੇ ਕੁੜੀਆਂ, ਜਾਂ ਫਿਰ ਕਈ ਵਾਰ ਮਿਸਿੰਗ ਦੀ ਰਿਪੋਰਟ ਆਉਂਦੀ ਆ ਉਹ ਕੁੜੀਆਂ ਹੋਣੀਆਂ, ਕੀ ਇਹਨਾਂ ਤੋਂ ਇਲਾਵਾ ਵੀ ਉਹ ਕੁੜੀਆਂ ਇਸ ਸੰਸਥਾਵਾਂ ਦੇ ਵਿੱਚ ਹੈਗੀਆਂ ਨੇ? ਹਾਂਜੀ, ਸਾਡੇ ਕੋਲ ਜਿਸ ਤਰ੍ਹਾਂ ਮਿਸਿੰਗ ਹੈਗੀਆਂ, ਅਬੰਡਨ ਹੈਗੀਆਂ ਜਾਂ ਔਰਫਨ ਬੱਚੇ ਹੈਗੇ, ਸਾਡੇ ਕੋਲ 3-4 ਤਰ੍ਹਾਂ ਦੇ ਬੱਚੇ ਇੱਥੇ ਹੈਗੇ, ਔਰ ਸਾਰਿਆਂ ਨੂੰ ਅਸੀਂ ਤਕਰੀਬਨ ਫ੍ਰੀ ਐਜੂਕੇਸ਼ਨ ਜਾਂ ਰਹਿਣਾ ਸਾਰਾ ਕੁਝ ਫ੍ਰੀ ਆ ਉਹਨਾਂ ਵਾਸਤੇ। ਕਹਿੰਦੇ ਸਰ, ਇੱਦਾਂ ਹੋਇਆ, ਇੱਦਾਂ ਦਾ ਸਮਾਂ ਆਇਆ ਜਾਂ ਫਿਰ ਇੱਦਾਂ ਦਾ ਦਿਨ ਆਇਆ ਕੋਈ ਬੱਚੀ ਮਿਸਿੰਗ ਹੋਵੇ ਹੈ ਨਾ, ਜਾਂ ਬੇਸਹਾਰਾ ਹੋਵੇ, ਉਹ ਇੱਥੇ ਆਈ ਹੋਵੇ, ਇੱਥੇ ਕਈ ਸਮਾਂ ਹੋ ਗਿਆ ਹੋਵੇ ਲੰਮਾ, ਜਾਂ ਸਾਲ ਹੋ ਗਏ ਹੁਣ ਇੱਥੇ ਰਹਿ ਰਹੀ ਹੋਵੇ, ਪਰ ਉਸ ਤੋਂ ਬਾਅਦ ਉਸਦੇ ਮਾਂ-ਬਾਪ ਜਾਂ ਫਿਰ ਉਸਦਾ ਕੋਈ ਨਾ ਕੋਈ ਰਿਸ਼ਤੇਦਾਰ ਉਸ ਬੱਚੀ ਨੂੰ ਲੈਣ ਆਇਆ ਹੋਵੇ? ਹਾਂਜੀ, ਸਾਡੇ ਕੋਲ 5-6 ਬੱਚੇ ਗਏ ਹੈ ਜਿਹੜੇ ਪਹਿਲਾਂ ਮਿਸਿੰਗ ਸੀਗੇ, ਉਹ ਜਿਸ ਤਰ੍ਹਾਂ ਬਿਹਾਰ ਵਗੈਰਾ ਦੇ, ਝਾਰਖੰਡ ਵਗੈਰਾ ਦੇ ਬੱਚੇ ਸੀਗੇ, ਉਹ 4-4 5-5 ਸਾਲ ਸਾਡੇ ਕੋਲ ਰਹੇ, ਉਸ ਤੋਂ ਬਾਅਦ ਉਹ ਟਰੇਸ ਹੋ ਗਏ ਨੇ ਅਤੇ ਉਹ ਆਪਣੀ ਫੈਮਿਲੀ ਨਾਲ ਅਸੀਂ ਉਹਨਾਂ ਨੂੰ ਮਿਲਾਤਾ ਜਾ ਕੇ। ਮੇਰੇ ਖਿਆਲ ਹੈ ਜਦੋਂ ਜਿਵੇਂ ਤੁਸੀਂ ਕਿਹਾ ਕਿ ਟਰੇਸ ਹੋ ਗਿਆ, ਪ੍ਰੋਸੀਜਰ ਬੜਾ ਔਖਾ ਹੁੰਦਾ ਹੋਣਾ, ਕਿਉਂਕਿ ਜਿਹੜਾ ਆਈ ਮਿਸਿੰਗ ਆ, ਜਿਹਦੀ ਮਿਸਿੰਗ ਰਿਪੋਰਟ ਆ ਜਾਂ ਫਿਰ ਗੁੰਮਸ਼ੁਦਾ ਆਪਾਂ ਕਹਿ ਲਈਏ, ਉਸ ਤੋਂ ਬਾਅਦ ਉਹ ਪ੍ਰੋਸੀਜਰ ਕੀ ਹੁੰਦਾ ਜਾਂ ਕਿਵੇਂ ਉਹਨਾਂ ਦੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਹੁੰਦੀ ਹੈ? ਇਸ ਤਰ੍ਹਾਂ ਦੇ ਵਿੱਚ ਨਾ ਇੱਕ ਚਾਈਲਡ ਵੈਲਫੇਅਰ ਕਮੇਟੀ ਬਣੀ ਹੈ, ਡਿਸਟ੍ਰਿਕਟ ਲੈਵਲ 'ਤੇ ਬਣੀ ਹੋਈ ਹੈਗੀ, ਉਹ ਇਹ ਕੇਸ ਉਹਨਾਂ ਕੋਲ ਚਲੇ ਜਾਂਦਾ ਹੈ, ਉਸ ਤੋਂ ਬਾਅਦ ਪੁਲਿਸ ਦੇ ਥਰੂ ਵੈਰੀਫਿਕੇਸ਼ਨ ਕਰਾ ਕੇ ਬੱਚੇ ਨੂੰ ਪੁੱਛ ਕੇ ਜਾਂ ਮਿਸਿੰਗ ਦਾ ਟਰੈਕ ਦਾ ਮਿਸਿੰਗ ਚਾਈਲਡ ਇੱਕ ਸਾਈਟ ਬਣੀ ਹੈ ਉਹਦੇ 'ਤੇ ਪਾ ਦਿੰਦੇ ਆ, ਉਹ ਅਲੱਗ-ਅਲੱਗ ਸਟੇਟ 'ਚ ਉਹ ਚਲੇ ਜਾਂਦੀ ਹੈਗੀ, ਜੋ ਉਸ ਦੇ ਨਾਲ ਫਿਰ ਕਈ ਵਾਰੀ ਟਰੇਸ ਹੋ ਜਾਂਦਾ ਬੱਚਾ। ਮੈਨੂੰ ਲੱਗਦਾ ਜਦੋਂ ਟਰੇਸ ਹੁੰਦਾ ਹੋਣਾ ਤਾਂ ਉਦੋਂ ਵੀ ਪ੍ਰੋਪਰ ਇੱਕ ਵੈਰੀਫਾਈ ਦਾ ਪੂਰਾ ਪ੍ਰੋਸੀਜਰ ਹੁੰਦਾ ਹੋਣਾ। ਹਾਂਜੀ, ਉਹ ਪੂਰਾ ਪਹਿਲਾਂ ਆਪਣਾ ਡਿਸਟ੍ਰਿਕਟ ਲੈਵਲ 'ਤੇ ਹੁੰਦਾ ਹੈਗਾ, ਉਸ ਤੋਂ ਬਾਅਦ ਫਿਰ ਉਹ ਤਹਿਸੀਲ ਲੈਵਲ 'ਤੇ ਕਰਦੇ ਆ, ਫਿਰ ਉਹਦੇ ਪਰਿਵਾਰ ਨੂੰ ਪੁੱਛ ਕੇ ਫਿਰ ਥਾਣੇ 'ਚ ਰਿਪੋਰਟ ਲਿਖਾਈ ਆ ਉਹਨਾਂ ਨੇ, ਤਾਂ ਉਹ ਸਾਰਾ ਪ੍ਰੋਸੈਸ ਕਰਕੇ ਫਿਰ ਉਹ ਬੱਚੇ ਨੂੰ ਦਿੰਦੇ ਅੱਗੇ। ਮੈਨੂੰ ਲੱਗਦਾ ਜਿਹੜਾ ਸਵਾਲ ਮੈਂ ਹੁਣ ਪੁੱਛੂੰਗਾ ਬੜਾ ਔਖਾ ਹੋਣਾ ਤੁਹਾਡੇ ਲਈ ਵੀ ਜਵਾਬ ਦੇਣਾ, ਕਿ ਜੇਕਰ ਮੈਂ ਮਹੀਨਾ ਨਹੀਂ ਆਏ ਦਿਨ ਦੀ ਗੱਲ ਕਰਾਂ, ਕਿ ਇੱਦਾਂ ਵੀ ਹੁੰਦਾ ਕਿ ਆਏ ਦਿਨ ਹੀ ਮਿਸਿੰਗ ਰਿਪੋਰਟਸ ਹੁੰਦੀਆਂ ਨੇ, ਉਹ ਬੱਚੀਆਂ ਇੱਥੇ ਆਉਂਦੀਆਂ ਨੇ, ਜਾਂ ਫਿਰ ਕਈ ਵਾਰ ਪੇਰੈਂਟਸ ਦਾ ਡਿਵੋਰਸ ਹੋ ਜਾਂਦਾ, ਉਸ ਤੋਂ ਬਾਅਦ ਉਹ ਬੱਚੀਆਂ ਆਉਂਦੀਆਂ ਨੇ? ਨਹੀਂ, ਆਏ ਦਿਨ ਤਾਂ ਨਹੀਂ ਹੈਗਾ, ਤੇ 15-20 ਦਿਨ ਬਾਅਦ ਕੋਈ ਨਾ ਕੋਈ ਐਸਾ ਕੇਸ ਸਾਡੇ ਕੋਲ ਆ ਜਾਂਦਾ ਹੈਗਾ, ਚਾਹੇ ਮਿਸਿੰਗ ਦਾ ਹੋ ਜਾਏ ਜਾਂ ਡਾਈਵੋਰਸ ਦਾ ਕੇਸ ਹੋ ਜਾਏ, ਉਹ ਸਾਡਾ 15-20 ਦਿਨ ਬਾਅਦ ਕੋਈ ਨਾ ਕੋਈ ਬੱਚਾ ਸਾਡੇ ਕੋਲ ਆ ਜਾਂਦਾ ਹੈ। ਤੇ ਸਰ, ਜੇਕਰ ਜਿਸ ਤਰ੍ਹਾਂ ਤੁਸੀਂ ਸਰਕਾਰ ਦਾ ਕਹਿ ਰਹੇ ਸੀ ਕਿ ਸਰਕਾਰ ਦੇ ਵੱਲੋਂ ਕੋਈ ਫੰਡਿੰਗ ਜਾਂ ਫਿਰ ਡੋਨੇਸ਼ਨ ਨਹੀਂ ਹੋਈ, ਹਾਲਾਂਕਿ ਪੰਜਾਬ ਦੇ ਵਿੱਚ ਹੋਰ ਵੀ ਕਈ ਸੰਸਥਾਵਾਂ ਨੇ ਇਸ ਤਰੀਕੇ ਦੀਆਂ, ਕਿ ਤੁਸੀਂ ਆਪਣੇ ਵੱਲੋਂ ਕਦੇ ਪਹੁੰਚ ਕੀਤੀ ਉਹਨਾਂ ਸਰਕਾਰਾਂ ਦੇ ਤੱਕ? ਹਾਂਜੀ, ਅਸੀਂ ਹਰ ਸਾਲ ਅਪ੍ਰੈਲ ਦੇ ਵਿੱਚ ਸਾਡੇ ਕੋਲ ਫਾਰਮ ਭਰਵਾਉਂਦੇ ਹੈਗੇ ਗਵਰਨਮੈਂਟ ਵਾਲੇ ਵੀ, ਹਾਂ ਜੀ ਤੁਸੀਂ ਆਪਣੀ ਜੋ ਵੀ ਡਿਮਾਂਡ ਹੈ ਲਿਖ ਦਿਓ ਵੀ ਕਿੰਨਾ ਖਰਚਾ ਹੈ ਤੁਹਾਡਾ, ਕਿੰਨੇ ਬੱਚੇ ਰਹਿੰਦੇ, ਕਿੰਨੇ, ਅਸੀਂ ਹਰ ਸਾਲ ਭਰ ਕੇ ਦਿੰਦੇ, ਲੇਕਿਨ ਕੋਈ ਰਿਸਪੌਂਸ ਕੋਈ ਨਹੀਂ ਆਉਂਦਾ ਹੈਗਾ। ਕੋਈ ਵੀ ਕਦੇ ਰਿਸਪੌਂਸ ਨਹੀਂ ਆਇਆ ਸਰਕਾਰ? ਨਹੀਂ, ਕੋਈ ਰਿਸਪੌਂਸ ਨਹੀਂ ਹੈ। ਪਹਿਲਾਂ ਕਿਉਂਕਿ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ, ਕਈ ਸਾਲਾਂ ਤੋਂ ਚਲਾ ਰਹੇ, ਉਦੋਂ ਤਾਂ ਅਕਾਲੀ ਦਲ ਵੀ ਰਹੇ, ਕਾਂਗਰਸ ਵੀ ਰਹੀ, ਕਿਸੇ ਪਾਰਟੀ ਵੱਲੋਂ ਵੀ ਨਹੀਂ ਆਇਆ? ਨਹੀਂ ਜੀ, ਕੋਈ ਨਹੀਂ ਹੈ। ਤੇ ਜਿਸ ਤਰ੍ਹਾਂ ਕਈ ਵਾਰ ਹੁੰਦਾ ਕਿ ਹੁਣ ਤੁਸੀਂ ਇਸ ਸੰਸਥਾ ਨੂੰ ਚਲਾ ਰਹੇ ਹੋ, ਤੁਸੀਂ ਬਾਹਰ ਵੀ ਜਾਂਦੇ ਹੋਵੋਗੇ ਤਾਂ ਲੋਕ ਮਿਲਦੇ ਨੇ, ਲੋਕਾਂ ਦੇ ਵੱਲੋਂ ਕੋਈ ਤੁਹਾਡੇ ਉਪਰਾਲੇ ਨੂੰ ਦੇਖ ਕੇ ਉਦੋਂ ਖੁਸ਼ੀ ਮਿਲਦੀ ਹੈ ਜਦੋਂ ਤੁਹਾਨੂੰ ਕੋਈ ਰਿਸਪੌਂਸ ਦੇ ਰਿਹਾ ਹੋਵੇ ਕਿ ਬਹੁਤ ਵਧੀਆ ਤੁਸੀਂ ਕਦਮ ਚੁੱਕਿਆ ਜ਼ਿੰਦਗੀ ਦੇ ਵਿੱਚ? ਹਾਂਜੀ, ਲੋਕਾਂ ਵੱਲੋਂ ਕਾਫੀ ਮੈਨੂੰ ਹੌਸਲਾ ਅਫਜ਼ਾਈ ਕੀਤੀ ਜਾਂਦੀ, ਲੋਕ ਮੈਨੂੰ ਸਰਾਹੁੰਦੇ ਮੇਰਾ ਕੰਮ ਵੀ ਕਿੱਦਾਂ ਵਧੀਆ, ਅੱਛਾ ਤੁਸੀਂ ਬੱਚਿਆਂ ਨੂੰ ਪਾਲ ਰਹੇ ਹੋ, ਕਰ ਰਹੇ ਹੋ, ਬਹੁਤ ਲੋਕ ਇੱਜ਼ਤ ਕਰਦੇ ਆ, ਮਾਣ ਦਿੰਦੇ ਨੇ ਅਤੇ ਮਦਦ ਵੀ ਕਰਦੇ ਨੇ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਲੋਕਾਂ ਦਾ। ਤੁਸੀਂ ਹੁਣ ਤੱਕ ਜੋ ਕੀਤਾ 20-25 ਸਾਲਾਂ ਦੇ ਵਿੱਚ ਬਹੁਤ ਵੱਡਾ ਸ਼ਲਾਘਾਯੋਗ ਕਦਮ ਆ, ਬਹੁਤ ਘੱਟ ਲੋਕ ਹੁੰਦੇ ਨੇ ਆਪਣਾ ਨਾਂ ਸੋਚ ਕੇ ਹੋਰਾਂ ਦੀ ਜ਼ਿੰਦਗੀ ਦੇ ਬਾਰੇ ਸੋਚਣ, ਪਰ ਇਸ ਤੋਂ ਬਾਅਦ ਜੇਕਰ ਮੈਂ ਆਉਣ ਵਾਲੇ ਸਮੇਂ ਦੀ ਗੱਲ ਕਰਾਂ, ਭਵਿੱਖ ਦੇ ਵਿੱਚ ਕੀ ਕੋਈ ਟਾਰਗੇਟ ਲੈ ਕੇ ਚੱਲ ਰਹੇ ਹੋ, ਕਿ ਜਿਸ ਤਰ੍ਹਾਂ ਤੁਸੀਂ 4 ਲੜਕੀਆਂ ਤੋਂ ਇੱਥੇ ਹੁਣ 150 ਬੱਚੀ ਆਪਣਾ ਭਵਿੱਖ ਬਣਾ ਰਹੇ ਨੇ, ਕਿ ਇਸ ਤੋਂ ਬਾਅਦ ਵੀ ਕੁਝ ਤੁਹਾਡੇ ਮਾਈਂਡ ਦੇ ਵਿੱਚ ਜਾਂ ਫਿਰ ਜ਼ਿਹਨ ਦੇ ਵਿੱਚ ਨਾਲ ਲੈ ਕੇ ਚੱਲ ਰਹੇ ਹੋ? ਦੇਖੋ, ਮੈਂ ਜੋ ਮੇਰੀ ਜ਼ਿੰਦਗੀ ਦਾ ਟਾਰਗੇਟ ਹੈ ਕਿ ਮੇਰੇ ਕੰਟੈਕਟ 'ਚ ਕੋਈ ਵੀ ਬੱਚਾ ਲੜਕੀ ਆਵੇ, ਮੇਰੇ ਕੋਲ ਸਟਰੈਂਥ ਦਾ ਕੋਈ ਚੱਕਰ ਨਹੀਂ, ਜਿੰਨੀ ਮਰਜ਼ੀ ਸਟਰੈਂਥ ਹੋ ਜਾਏ, ਲੇਕਿਨ ਮੈਂ ਕਿਸੇ ਵੀ ਬੱਚੇ ਨੂੰ ਬੇਸਹਾਰਾ ਜਾਂ ਅਨਪੜ੍ਹ ਨਹੀਂ ਰਹਿਣ ਦੇਣਾ ਚਾਹੁੰਦਾ, ਚਾਹੇ ਮੇਰੇ ਕੋਲ ਜਿੱਥੇ ਜਗ੍ਹਾ ਹੋਵੇ, ਫੰਡ ਹੋਣ ਚਾਹੇ ਨਾ ਹੋਣ,
ਇਹ ਮੇਰੇ ਆਪਣੇ ਉਹ ਹੈਗੇ। ਸਰ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਡੋਨੇਸ਼ਨ ਦੀ, ਆਪਾਂ ਗੱਲ ਕਰ ਰਹੇ ਸੀ, ਫੰਡਿੰਗ ਦੀ ਗੱਲ ਕਰ ਰਹੇ ਸੀ, ਤੁਸੀਂ ਮਮਤਾ ਫਾਊਂਡੇਸ਼ਨ ਵਿਦੇਸ਼ ਕੈਨੇਡਾ ਦਾ ਤੁਸੀਂ ਜ਼ਿਕਰ ਕੀਤਾ ਕਿ ਵਧੀਆ ਉਹਨਾਂ ਦਾ ਸਾਥ ਜਿਹੜਾ ਸਹਿਯੋਗ ਤੁਹਾਨੂੰ ਦਿੱਤਾ। ਕਿਸ ਤਰ੍ਹਾਂ, ਕਿਉਂਕਿ ਪੰਜਾਬ ਦੇ ਵਿੱਚੋਂ ਮੈਨੂੰ ਲੱਗਦਾ ਤੁਸੀਂ ਨਾਮ ਨਹੀਂ ਲਿਆ, ਵਿਦੇਸ਼ ਦਾ ਨਾਮ ਲਿਆ, ਕਿਸ ਤਰ੍ਹਾਂ ਉਸ ਫਾਊਂਡੇਸ਼ਨ ਦੇ ਨਾਲ ਤੁਹਾਡਾ ਰਾਬਤਾ ਹੋਇਆ ਅਤੇ ਕਿਸ ਤਰ੍ਹਾਂ ਅੱਗੇ ਆ ਕੇ ਉਹਨਾਂ ਨੇ ਜਿਹੜੀ ਤੁਹਾਡਾ ਸਹਾਇਤਾ ਕੀਤੀ ਹੈ? ਮਮਤਾ ਫਾਊਂਡੇਸ਼ਨ ਦੇ ਜਿਹੜੇ ਹੈਡ ਨੇ ਮੱਖਣ ਭਾਜੀ, ਉਹ ਸਾਡੇ ਕੋਲ ਅੱਜ ਤੋਂ 12-13 ਸਾਲ ਪਹਿਲਾਂ ਸਾਡੇ ਨਾਲ ਕੋਲ ਆਏ ਸੀਗੇ। ਉਦੋਂ ਸਾਡੀ ਬਿਲਡਿੰਗ ਨਹੀਂ ਸੀਗੀ ਇਹ ਬਣੀ ਹੋਈ, ਸਾਡੀ ਪੁਰਾਣੀ ਇੱਕ ਕਿਰਾਏ ਦੀ ਵਾਲੀ ਬਿਲਡਿੰਗ ਸੀ। ਅਤੇ ਮੈਂ ਉਦੋਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਭਾਜੀ ਸਾਡੇ ਕੋਲ ਬਿਲਡਿੰਗ ਜਿਹੜੀ ਹੈ ਨਹੀਂ ਹੈਗੀ ਅਤੇ ਸਾਡੀ ਮਦਦ ਕੀਤੀ ਜਾਵੇ। ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਸਾਡੀ ਬਹੁਤ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਬਣੀ ਹੋਈ, ਸਾਰੀ ਉਹਨਾਂ ਦੀ ਡੋਨੇਸ਼ਨ ਨਾਲ ਜਿਹੜੇ ਪੈਸੇ ਭੇਜੇ ਉਹਨਾਂ ਨੇ ਬਣਾਈ ਹੈ। ਅਤੇ ਸਾਡੇ ਬੱਚੇ ਜਿਹੜੇ ਹਾਇਰ ਐਜੂਕੇਸ਼ਨ 'ਚ ਗਏ ਆ, ਜਿਹਨੇ ਲਾ ਕੀਤੀ ਹੈ ਜਾਂ ਹੋਰ ਵੀ ਕੀਤੀ ਹੈ, ਉਹ ਵੀ ਸਾਡੇ ਉਹ ਜਿਹੜੇ ਮਮਤਾ ਫਾਊਂਡੇਸ਼ਨ ਦੀ ਡੋਨੇਸ਼ਨ ਹੈ ਉਹਦੇ ਨਾਲ ਮਿਲੇ ਆ। ਤਕਰੀਬਨ 1.5-2 ਕਰੋੜ ਰੁਪਏ ਦੇ ਕਰੀਬ ਜਿਹੜਾ ਹੈਗਾ ਉਹ ਸਾਨੂੰ ਭਾਜੀ ਨੇ ਬਿਲਡਿੰਗ ਬਣਾਉਣ ਵਾਸਤੇ ਅਤੇ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਭੇਜਿਆ ਹੈ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਅੱਗੇ ਨੂੰ ਵੀ ਭਾਜੀ ਮਮਤਾ ਫਾਊਂਡੇਸ਼ਨ ਆਫ ਕੈਨੇਡਾ ਜਿਹੜੀ ਹੈ ਉਹ ਸਾਡੇ ਬੱਚਿਆਂ ਦੀ ਮਦਦ ਕਰਦੀ ਰਹੇਗੀ। ਔਰ ਸਾਨੂੰ ਹੋਰ ਜਿਹੜੀ ਅਸੀਂ ਜਗ੍ਹਾ ਲੈਣੀ ਹੈ ਜਾਂ ਬੱਚਿਆਂ ਵਾਸਤੇ ਪਲੇ ਗਰਾਊਂਡ ਬਣਾਉਣਾ ਜਾਂ ਹੋਰ, ਅਤੇ ਉਹਨਾਂ ਵਾਸਤੇ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਸਾਡੇ ਜ਼ਰੂਰ ਮਦਦ ਕਰਨ। ਜਿਸ ਤਰ੍ਹਾਂ ਤੁਸੀਂ ਫਾਊਂਡੇਸ਼ਨ ਦਾ ਜ਼ਿਕਰ ਕਰ ਰਹੇ ਹੋ, ਮਮਤਾ ਫਾਊਂਡੇਸ਼ਨ ਦੀ ਤੁਸੀਂ ਗੱਲ ਕਹੀ ਹੈ, ਕਿ ਇਕੱਲਾ ਤੁਹਾਡੀ ਸੰਸਥਾ ਨੂੰ ਜਾਂ ਫਿਰ ਪੰਜਾਬ ਦੇ ਵਿੱਚ ਹੋਰ ਵੀ ਕਈ ਸੰਸਥਾਵਾਂ ਨੂੰ ਉਹਨਾਂ ਦਾ ਯੋਗਦਾਨ ਰਿਹਾ? ਮੇਰਾ ਖਿਆਲ 1-2 ਸੰਸਥਾਵਾਂ ਹੋਰ ਵੀ ਹੈ ਜਿਹਨਾਂ ਨੂੰ ਮਦਦ ਕਰਦੇ। ਇੱਕ ਤਾਂ ਜਲੰਧਰ ਹੈਗੀ ਜਿਹਨਾਂ ਨੂੰ ਕਰਦੇ, ਬਾਕੀ ਹੋਰ ਇੰਨੀ ਮੈਨੂੰ ਨੌਲੇਜ ਨਹੀਂ ਹੈ ਹੋਰ ਕਿਹਨੂੰ ਕਰਦੇ ਕਿ ਨਹੀਂ ਕਰਦੇ। ਸੋ ਇਹ ਸਨ ਸਾਡੇ ਨਾਲ ਹਰਵਿੰਦਰ ਸਿੰਘ ਜੀ, ਜੋ ਕਿ ਇੱਕ ਬਹੁਤ ਵੱਡਾ ਉਪਰਾਲਾ ਬੱਚਿਆਂ ਦੇ ਲਈ ਕਰ ਰਹੇ ਨੇ, ਜੋ ਕਿ ਬੇਸਹਾਰਾ ਹੋ ਚੁੱਕੇ ਨੇ ਜਾਂ ਫਿਰ ਕਈ ਹੋਰ ਜਿਹੜਾ ਮੈਂ ਕਹਿ ਲਾ ਮਜਬੂਰੀਆਂ ਦੇ ਕਰਕੇ ਅੱਜ ਇੱਥੇ ਉਹ ਆਪਣਾ ਭਵਿੱਖ ਬਣਾਉਣ ਦੇ ਵਿੱਚ ਲੱਗੀਆਂ ਨੇ। ਹੁਣ ਬਾਹਰ ਚੱਲਦੇ ਹਾਂ ਅਤੇ ਉਹਨਾਂ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਕਿ ਜ਼ਿੰਦਗੀ ਦੇ ਵਿੱਚ ਭਾਵੇਂ ਉਹਨਾਂ ਨੇ ਸਭ ਕੁਝ ਗਵਾ ਲਿਆ ਪਰ ਹੌਸਲਾ ਕਦੇ ਨਹੀਂ ਛੱਡਿਆ। ਕਹਿੰਦੇ ਨੇ ਕਿ ਜਿਉਣ ਦਾ ਜਜ਼ਬਾ ਹੋਵੇ ਫਿਰ ਸਖਤ ਤੋਂ ਸਖਤ ਹਾਲਾਤ ਵੀ ਆਸਾਨ ਬਣ ਜਾਂਦੇ ਨੇ। ਫਿਰ ਭਾਵੇਂ ਮੰਜ਼ਿਲ ਕਿੰਨੀ ਹੀ ਉਚਾਈ 'ਤੇ ਕਿਉਂ ਨਾ ਹੋਵੇ ਜਾਂ ਫਿਰ ਰਸਤੇ ਕਿੰਨੇ ਹੀ ਔਖੇ ਕਿਉਂ ਨਾ ਹੋਣ। ਮੈਂ ਇਸ ਵੇਲੇ ਖਰੜ ਵਿਖੇ ਕੰਨਿਆ ਆਸਰਾ, ਜੋ ਕਿ ਖਰੜ ਵਿਖੇ ਮੌਜੂਦ ਆ, ਜੋਤੀ ਸਰੂਪ ਕੰਨਿਆ ਆਸਰਾ ਦੇ ਵਿੱਚ ਮੌਜੂਦ ਆ, ਜਿੱਥੇ ਕਿ ਬੇਸਹਾਰਾ ਕੁੜੀਆਂ ਨੂੰ, ਬੱਚਿਆਂ ਨੂੰ ਸਹਾਰਾ ਦਿੱਤਾ ਜਾਂਦਾ, ਛੱਤ ਦਿੱਤੀ ਜਾਂਦੀ ਹੈ ਅਤੇ ਉਹਨਾਂ ਦਾ ਭਵਿੱਖ ਬਣਾਉਣ ਦੀ ਇੱਕ ਸਰਦਾਰ ਜੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਅੱਜ ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਪਤਾ ਲੱਗਿਆ ਕਿ ਇੱਕ ਬੱਚੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਇੱਥੇ ਹੀ ਰਹੀ, ਇੱਥੇ ਹੀ ਵੱਡੀ ਹੋਈ ਅਤੇ ਇੱਥੇ ਰਹਿ ਕੇ ਹੀ ਨਾਲ ਨਾਲ ਆਪਣੀ ਪੜ੍ਹਾਈ ਕਰਦੀ ਗਈ ਅਤੇ ਹੁਣ ਉਸਨੇ ਲਾਅ ਦੀ ਡਿਗਰੀ ਕੰਪਲੀਟ ਕੀਤੀ, ਜਿਸ ਤੋਂ ਬਾਅਦ ਹੁਣ ਮੋਹਾਲੀ ਡਿਸਟ੍ਰਿਕਟ ਕੋਰਟ ਦੇ ਵਿੱਚ ਉਹ ਆਪਣੀ ਜਿਹੜੀ ਅਗਲੀ ਤਿਆਰੀ ਕਰ ਰਹੀ ਹੈ ਲਾਅ ਦੀ, ਵਕੀਲ ਦੀ ਅਤੇ ਜ਼ਿੰਦਗੀ ਦੀ। ਮੇਰੇ ਨਾਲ ਉਹ ਬੱਚੀ ਵੀ ਮੌਜੂਦ ਹੈ, ਨਾਮ ਹੈ ਮਨਪ੍ਰੀਤ ਕੌਰ। ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਤਾਂ ਵਧਾਈਆਂ ਤੁਹਾਨੂੰ, ਜਿਸ ਤਰੀਕੇ ਦਾ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇੱਥੇ ਰਹੇ ਅਤੇ ਉਸ ਤੋਂ ਬਾਅਦ ਵੀ ਤੁਸੀਂ, ਜ਼ਿੰਦਗੀ ਨੇ ਤੁਹਾਨੂੰ ਬਹੁਤ ਚੁਣੌਤੀਆਂ ਦਿੱਤੀਆਂ ਪਰ ਉਹਨਾਂ ਚੁਣੌਤੀਆਂ ਨੂੰ ਜਿਹੜਾ ਪਾਰ ਕਰਕੇ ਤੁਸੀਂ ਅੱਜ ਲਾਅ ਦੀ ਡਿਗਰੀ ਪੂਰੀ ਕੀਤੀ। ਥੈਂਕ ਯੂ ਸੋ ਮਚ ਸਰ। ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੋ? ਕਦੋਂ ਆਏ ਸੀ ਅਤੇ ਕਿਵੇਂ ਇੱਥੇ ਪਹੁੰਚੇ ਸੀ? ਸਰ ਮੈਂ ਉਸ ਸਮੇਂ 6th ਕਲਾਸ ਵਿੱਚ ਸੀਗੀ ਔਰ ਮੈਨੂੰ ਅੱਜ ਤੋਂ ਪਿਛਲੇ ਦੇਖਿਆ ਜਾਵੇ ਤਾਂ 15 ਸਾਲ ਹੋ ਗਏ ਨੇ। ਹਾਂਜੀ। ਅਤੇ ਕਿਵੇਂ ਇੱਥੇ, ਕਿਉਂਕਿ ਜਦੋਂ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ, ਕਹਿੰਦੇ ਜਾਂ ਤਾਂ ਕੋਈ ਮਿਸਿੰਗ ਹੋਵੇ ਜਾਂ ਫਿਰ ਕਈ ਵਾਰ ਪਰਿਵਾਰ ਦੇ ਵਿੱਚ ਅਜਿਹੇ ਹੁੰਦੇ ਨੇ, ਮੈਂ ਉਹ ਨਹੀਂ ਬੋਲਣਾ ਚਾਹੂੰਗਾ, ਕਿ ਉਸ ਤੋਂ ਬਾਅਦ ਜਿਹੜੇ ਬੱਚੇ ਬੇਸਹਾਰਾ ਹੋ ਜਾਂਦੇ ਨੇ ਉਹਨਾਂ ਨੂੰ ਇੱਥੇ ਲਿਆਇਆ ਜਾਂਦਾ। ਕੀ ਕਹਾਣੀ ਸੀ ਤੁਹਾਡੀ ਅਤੇ ਕਿਵੇਂ ਇੱਥੇ ਆਏ? ਐਕਚੁਅਲੀ ਮੇਰੇ ਮੰਮੀ ਡੈਡੀ ਨਹੀਂ ਹੈਗੇ, ਤਾਂ ਮੈਂ ਛੋਟੀ ਸੀਗੀ, ਆਪਣੇ ਘਰ ਵਿੱਚੋਂ ਵੱਡੀ ਵੀ ਮੈਂ ਹੀ ਹਾਂ। ਔਰ ਮੰਮੀ ਡੈਡੀ ਦੇ ਜਾਣ ਤੋਂ ਬਾਅਦ ਵਿੱਚ ਮਾਸੀ ਜੀ ਉਹਨਾਂ ਨੇ, ਨਾਨੀ ਜੀ ਉਹਨਾਂ ਨੂੰ ਉਹਨਾਂ ਦੇ ਕਿਸੇ ਫਰੈਂਡ ਤੋਂ ਪਤਾ ਲੱਗਾ ਇਸ ਜਗ੍ਹਾ ਦੇ ਬਾਰੇ, ਤਾਂ ਫਿਰ ਉਹਨਾਂ ਨੇ ਸਾਨੂੰ ਮਤਲਬ ਇੱਥੇ ਛੱਡ ਕੇ ਗਏ ਸੀਗੇ। ਕਿੰਨੇ ਸਾਲਾਂ ਦੇ ਸੀ ਜਦੋਂ ਇੱਥੇ ਆਏ ਸੀ? ਮੈਂ 9 ਸਾਲ ਦੀ ਸੀਗੀ। ਅਤੇ ਉਸ ਤੋਂ ਬਾਅਦ ਪਹਿਲਾਂ ਬਚਪਨ ਤੋਂ ਸੋਚਿਆ ਸੀ ਕਿ ਮੈਂ ਲਾਅ ਦੀ ਡਿਗਰੀ ਕਰਨੀ ਹੈ ਜਾਂ ਇੱਥੇ ਆ ਕੇ ਮਨ ਬਣਾਇਆ ਫਿਰ? ਹਾਂਜੀ, ਜਦੋਂ ਬਚਪਨ ਵਿੱਚ ਮਤਲਬ ਜਦੋਂ ਆਪਾਂ ਡਰੀਮ ਆਪਣਾ ਦੇਖਦੇ ਹਾਂ ਉਦੋਂ ਤੋਂ ਫਲੈਕਸੀਬਲ ਹੁੰਦਾ ਹੈ, ਨਹੀਂ ਮੈਂ ਡਾਕਟਰ ਬਣਨਾ ਹੈ, ਮੈਂ ਇਹ ਕਰਨਾ, ਬਟ ਲੇਕਿਨ ਕਿਤੇ ਨਾ ਕਿਤੇ ਮੈਨੂੰ ਐਵੇਂ ਲੱਗਦਾ ਸੀਗਾ ਕਿ ਹਾਂ ਮੈਂ ਤਾਂ ਜਾਂ ਆਰਮੀ ਵਿੱਚ ਜਾਊਂਗੀ ਜਾਂ ਫਿਰ ਮੈਂ ਲਾਅ ਕਰੂੰਗੀ। ਮੈਂ ਆਰਮੀ ਦੇ ਲਈ NDA ਦਾ ਐਗਜ਼ਾਮ ਦਿੱਤਾ ਸੀਗਾ ਇੱਥੇ ਹੀ, ਬਟ ਲੇਕਿਨ ਮੇਰਾ ਉਹ ਐਗਜ਼ਾਮ ਕਲੀਅਰ ਨਹੀਂ ਸੀ ਹੋਇਆ। ਆਫਟਰ +2 ਮੈਂ ਦਿੱਤਾ ਸੀ, ਮੈਨੂੰ ਐਵੇਂ ਸੀ ਮੈਂ 65 ਸੈਕਟਰ ਵਿੱਚ ਮਾਈ ਭਾਗੋ ਇੰਸਟੀਟਿਊਟ ਆ, ਮੈਂ ਉਹਨੂੰ ਜੁਆਇਨ ਕਰਕੇ ਆਪਣੀ ਫਰਦਰ ਸਟੱਡੀ ਨੂੰ ਕੰਪਲੀਟ ਕਰੂੰਗੀ, ਪਲੱਸ ਮੈਂ ਆਰਮੀ ਦੇ ਵਿੱਚ ਵੀ ਉਹ ਕਰੂੰਗੀ BSF, ਹੈ ਨਾ। ਬਟ ਲੇਕਿਨ ਆਈ ਥਿੰਕ ਮੇਰਾ ਸ਼ਾਇਦ ਉੱਧਰ ਸੀਗਾ ਹੀ ਨਹੀਂ ਮੇਰੀ ਕਿਸਮਤ ਦਾ ਕੋਈ ਉਹ, ਤਾਂ ਫਿਰ ਅੰਕਲ ਜੀ ਨੇ ਕਿਹਾ ਕਿ ਤੂੰ ਆਪਣਾ ਦੂਸਰਾ, ਇੱਕ ਮੇਰਾ ਸਬਸਟੀਟਿਊਟ ਇਹੀ ਸੀਗਾ ਕਿ ਮੈਂ
ਇਸ ਤੋਂ ਬਾਅਦ ਵਿੱਚ ਲਾਅ ਕਰੂੰਗੀ। ਇਸ ਕਰਕੇ ਫਿਰ ਮੈਂ ਲਾਅ ਨੂੰ ਆਪਣਾ ਪਰਸਿਊ ਕਰਿਆ ਇਹ ਵਾਲਾ ਸਟੱਡੀ। ਫਿਰ ਹੁਣ ਮੇਰਾ 21 ਦੇ ਵਿੱਚ ਇਹ ਕੰਪਲੀਟ, ਮੈਂ 5 ਈਅਰ ਲਾਅ ਕਰੀ ਹੈ BCom LLB। 21 ਅਗਸਤ ਦੇ ਵਿੱਚ ਮੇਰੀ ਕੰਪਲੀਟ ਹੋਈ। ਹੁਣ ਮੈਂ ਮੋਹਾਲੀ ਕੋਰਟ ਦੇ ਵਿੱਚ ਐਜ਼ ਅ ਲਾਇਰ ਪ੍ਰੈਕਟਿਸ ਕਰ ਰਹੀ ਹਾਂ। ਤੇ ਤੁਸੀਂ ਜ਼ਿਕਰ ਕੀਤਾ ਕਿ ਜੋ ਤੁਸੀਂ ਆਏ ਸੀ ਤਾਂ ਉਦੋਂ 6ਵੀਂ ਕਲਾਸ ਦੇ ਵਿੱਚ 6th ਕਲਾਸ ਦੇ ਵਿੱਚ ਸੀ। ਜਦੋਂ 6th ਕਲਾਸ ਤੋਂ ਬਾਅਦ ਇੱਥੇ ਆਏ ਸੀ ਉਸ ਤੋਂ ਬਾਅਦ ਉਹੀ ਸਕੂਲ ਦੇ ਵਿੱਚ ਕੰਟੀਨਿਊ ਕੀਤਾ ਸੀ ਜਾਂ ਫਿਰ ਸਕੂਲ ਵੀ ਬਦਲਿਆ ਗਿਆ? ਤੇ ਜੇਕਰ ਸਕੂਲ ਬਦਲਿਆ ਗਿਆ ਤਾਂ ਉਦੋਂ ਤੁਹਾਡੀ ਜ਼ਿੰਦਗੀ ਦੇ ਹਾਲਾਤ ਵੀ ਜ਼ਰੂਰ ਬਦਲੇ ਗਏ ਨੇ। ਕਿੱਥੋਂ ਇੰਨਾ ਹੌਸਲਾ ਹੈ? ਕਿਉਂਕਿ ਅੱਜ ਕੱਲ੍ਹ ਤਾਂ ਵੱਡੇ ਵੱਡੇ ਲੋਕਾਂ ਨੂੰ ਵੀ ਵੇਖਦੇ ਹਾਂ, ਸਭ ਕੁਝ ਉਹਨਾਂ ਦੇ ਕੋਲ ਹੁੰਦਾ ਪਰ ਫਿਰ ਵੀ ਇੰਨਾ ਹੌਸਲਾ ਨਹੀਂ ਹੁੰਦਾ। ਨਹੀਂ, ਫਿਰ ਮੇਰਾ ਸਕੂਲ ਜਦੋਂ ਮਤਲਬ ਕਿ ਪੇਰੈਂਟਸ ਐਵੇਂ ਐਕਸਪਾਇਰ ਹੋਏ ਸੀਗੇ, ਫਿਰ ਸਕੂਲ ਜਾਣਾ ਬੰਦ ਕਰਦਾ ਸੀਗਾ। ਮੈਂ ਬਸ ਉਸ ਸਮੇਂ ਬੋਰਡ ਦੀ ਕਲਾਸ ਦੀ 5th ਕਲਾਸ ਦੀ ਐਗਜ਼ਾਮ ਦਿੱਤੀ ਸੀ। ਉਸ ਤੋਂ ਬਾਅਦ ਮੇਰਾ ਸਕੂਲ ਛੁੱਟ ਗਿਆ ਸੀਗਾ, ਮੈਂ ਸਕੂਲ ਨਹੀਂ ਸੀ ਜਾਂਦੀ। ਫਿਰ ਕਾਫੀ ਮਤਲਬ ਮਹੀਨਿਆਂ ਬਾਅਦ ਇੱਥੋਂ ਦੇ ਬਾਰੇ ਪਤਾ ਚੱਲਿਆ। ਫਿਰ ਇੱਥੇ ਆਈ, ਫਿਰ ਨਿਊ ਐਡਮਿਸ਼ਨ ਹੋਈ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ। ਮੈਂ ਆਪਣੀ ਸਾਰੀ ਮਤਲਬ +2 ਤੱਕ ਦੀ ਸਟੱਡੀ ਕੰਪਲੀਟ ਕਰੀ ਆ। ਮੈਂ ਕਾਮਰਸ ਦੀ ਸਟੂਡੈਂਟ ਰਹੀ ਹਾਂ +1 +2 ਵਿੱਚ। ਔਰ ਠੀਕ ਸੀਗਾ, ਮਤਲਬ ਕਿ ਸਾਰਾ ਮਾਹੌਲ ਚੇਂਜ ਹੋ ਜਾਣਾ ਇੱਕਦਮ। ਬਚਪਨ ਦੇ ਵਿੱਚ ਹੁੰਦਾ ਹੈ ਕਿ ਆਪਣੇ ਤੁਹਾਡੇ ਦੋਸਤ ਜਿਹਦੇ ਨਾਲ ਤੁਸੀਂ ਆਪਣੇ ਸਾਰੇ ਸੁਪਨੇ ਦੇਖਦੇ ਹੋ, ਆਪਾਂ ਐਵੇਂ ਕਰੂੰਗੇ ਐਵੇਂ ਕਰੂੰਗੇ, ਬਟ ਲੇਕਿਨ ਮੇਰਾ ਸਹੇਲੀਆਂ ਦੇ ਨਾਲ ਨਾਲ ਮੇਰੇ ਖਿਡੌਣੇ ਵੀ, ਬਿਕੋਜ਼ ਜਦੋਂ ਪੇਰੈਂਟਸ ਹੀ ਨਾ ਹੁੰਦੇ ਫਿਰ ਘਰ ਦੇ ਵਿੱਚ ਵੱਡੇ ਹੋਣ ਦੇ ਨਾਲ ਨਾਲ ਜ਼ਿੰਮੇਵਾਰੀਆਂ ਪੈ ਜਾਂਦੀਆਂ ਹੈ। ਫਿਰ ਖਿਡੌਣਿਆਂ ਨਾਲ ਖੇਡਣ ਦੀ ਬਜਾਏ ਰੀਅਲ ਲਾਈਫ ਦੀ ਸਟ੍ਰੈਟਜੀ ਨੂੰ ਮਤਲਬ ਦੇਖਣਾ, ਟੈਨਸ਼ਨਾਂ ਹੋਣ ਲੱਗ ਜਾਂਦੀਆਂ ਹੈ ਕਿ ਮੈਂ ਐਵੇਂ ਕਰਨਾ, ਮੇਰੇ ਬ੍ਰਦਰ ਸਿਸਟਰ ਛੋਟੇ ਨੇ, ਮੈਂ ਉਹਨਾਂ ਵਾਸਤੇ ਵੀ ਕੁਝ ਕਰਨਾ ਹੈ। ਤਾਂ ਫਿਰ ਸਭ ਕੁਝ ਚੇਂਜ ਹੋ ਗਿਆ ਸੀ ਲਾਈਫ ਦਾ। ਫਿਰ ਹੌਲੀ ਹੌਲੀ ਕਾਲਜ ਸਟਾਰਟ ਹੋਇਆ। ਕਾਲਜ ਦੇ ਵਿੱਚ ਪਤਾ ਲੱਗਿਆ ਕਿ ਹਾਂ, ਇੱਕ ਸਟਰੋਂਗ ਰਹਿਣਾ ਬਹੁਤ ਜ਼ਿਆਦਾ ਤੁਹਾਡੇ ਲਈ ਮਾਇਨੇ ਰੱਖਦਾ ਹੈ। ਜਦੋਂ ਮਤਲਬ ਤੁਹਾਨੂੰ ਲੱਗੇ ਕਿ ਹਾਂ ਤੁਸੀਂ ਦੂਸਰਿਆਂ ਦੀ ਵੀ ਢਾਲ ਬਣਨਾ ਹੈ। ਤਾਂ ਮੇਰੇ ਵਾਸਤੇ ਔਖਾ ਤਾਂ ਰਿਹਾ, ਬਟ ਲੇਕਿਨ ਇਸ ਸੰਸਥਾ ਨੇ ਬਹੁਤ ਕੁਝ ਦਿੱਤਾ ਹੈ। ਡਾਕਟਰ ਅੰਕਲ ਜੀ ਨੇ ਬਹੁਤ ਕੁਝ ਗੱਲਾਂ ਦੱਸੀਆਂ ਨੇ ਆਪਣੀ ਲਾਈਫ ਦੀਆਂ, ਆਪਣੇ ਤਜਰਬੇ ਦੱਸੇ ਨੇ ਕਿ ਹਾਂ ਅਸੀਂ ਇਹਨਾਂ ਚੁਣੌਤੀਆਂ ਨੂੰ ਪਾਰ ਕਰਕੇ ਹੀ ਅੱਗੇ ਨਿਕਲ ਚੁੱਕੇ, ਤਾਂ ਜੋ ਸ਼ਾਇਦ ਮੈਂ ਅੱਜ ਲਾਅ ਕੰਪਲੀਟ ਕਰਕੇ ਆਪਣੀ, ਨਹੀਂ ਤਾਂ ਲਾਅ ਦੀ ਸਟੱਡੀ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਡਿਫੀਕਲਟ ਹੁੰਦੀ ਆ। ਤੁਹਾਨੂੰ ਮੈਂ ਸਵਾਲ ਵੀ ਕਰਨਾ ਸੀ ਕਿ ਲਾਅ ਅੱਜ ਕੱਲ੍ਹ ਜਿਹੜੇ ਮੇਰੇ ਨਾਲ ਦੇ ਨੇ ਜਾਂ ਆਪਾਂ ਜ਼ਿੰਦਗੀ ਦੇ ਵਿੱਚ ਵੇਖਦੇ ਹਾਂ ਕਈਆਂ ਨੂੰ ਲਾਅ ਕਰ ਰਹੇ ਨੇ, ਤਾਂ ਉਹ ਨਾਲ ਨਾਲ ਟਿਊਸ਼ਨ ਵੀ ਜਿਹੜੀ ਸ਼ਾਮ ਨੂੰ ਆਪਣੀ ਕਲਾਸਿਸ ਤੋਂ ਬਾਅਦ ਸਕੂਲ ਕਾਲਜਿਸ ਤੋਂ ਬਾਅਦ ਟਿਊਸ਼ਨ ਵੀ ਕਿਤੇ ਨਾ ਕਿਤੇ ਰੱਖ ਰਹੇ ਨੇ। ਟਿਊਸ਼ਨ ਵੀ ਤੁਸੀਂ ਲਈ ਸੀ ਜਾਂ ਫਿਰ ਸੈਲਫ ਸਟੱਡੀ ਕਰਦੇ ਸੀ? ਨਹੀਂ, ਮੈਂ 9th 10th ਦੇ ਵਿੱਚ ਟਿਊਸ਼ਨ ਲਿੱਤੀ ਸੀਗੀ। ਸਰ ਇੱਥੇ ਹੀ ਆਉਂਦੇ ਸੀਗੇ, ਉਹ ਮਤਲਬ ਬੱਚਿਆਂ ਨੂੰ ਐਵੇਂ ਗਾਈਡ ਕਰਦੇ ਸੀ। ਮੈਂ 9th 10th ਵਿੱਚ ਸਾਇੰਸ ਔਰ ਮੈਥਸ ਦੀ ਟਿਊਸ਼ਨ ਲਿੱਤੀ। ਕਾਲਜ ਟਾਈਮ ਔਰ +1 +2 ਦੇ ਵਿੱਚ ਮੈਂ ਕੋਈ ਟਿਊਸ਼ਨ ਨਹੀਂ, ਸੈਲਫ ਸਟੱਡੀ ਦੇ ਨਾਲ ਹੀ ਮੈਂ ਆਪਣਾ ਖੁਦ ਨੂੰ ਆਪਣਾ ਮੋਟੀਵੇਟ ਕਰਿਆ ਕਿ ਹਾਂ ਮੈਂ ਅਗਰ ਕੁਝ ਕਰਨਾ ਹੈ ਤਾਂ ਮੈਨੂੰ ਖੁਦ ਨੂੰ ਆਪਣਾ ਟਾਈਮ ਦੇਣਾ ਪੈਣਾ ਹੈ। ਮੈਂ ਖੁਦ ਨੂੰ ਆਪਣਾ ਟਾਈਮ ਦਿੱਤਾ ਹੈ। ਸੈਲਫ ਸਟੱਡੀ ਕਰਕੇ ਹੀ ਮੈਂ ਲਾਅ ਕੰਪਲੀਟ ਕਰੀ ਆਪਣੀ। ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਤੁਹਾਡੇ ਪੇਰੈਂਟਸ, ਬਟ ਉਸ ਤੋਂ ਬਾਅਦ ਤਾਏ ਚਾਚੇ ਜਾਂ ਫਿਰ ਹੋਰ ਰਿਸ਼ਤੇਦਾਰੀਆਂ ਦੇ ਵਿੱਚ ਬੜੇ ਲੋਕ ਹੁੰਦੇ ਨੇ, ਕਦੇ ਉਹਨਾਂ ਨੇ ਨਹੀਂ ਕਿਹਾ ਵੀ ਚਲੋ ਜੋ ਰੱਬ ਨੂੰ ਮਨਜ਼ੂਰ ਸੀ ਉਹ ਤਾਂ ਹੋਇਆ, ਬਟ ਹੁਣ ਤੁਹਾਨੂੰ ਆਪਣੇ ਘਰੇ ਲੈ ਕੇ ਗਏ ਹੁਣ? ਅਗਰ ਲੈ ਕੇ ਗਏ ਵੀ ਸੀਗਾ, ਬਟ ਲੇਕਿਨ ਅਗਰ ਉਹ ਰੱਖਣਾ ਚਾਹੁੰਦੇ ਤਾਂ ਰੱਖ ਸਕਦੇ ਸੀ। ਪਰ ਉਹਨਾਂ ਨੇ ਉਨੇ ਕੁ ਮਹੀਨੇ ਵਿੱਚ ਇਹ ਸੋਚਿਆ ਕਿ ਅਸੀਂ ਇਹਨਾਂ ਦਾ ਕਰ ਨਹੀਂ ਸਕਦੇ, ਇਹਨਾਂ ਨੂੰ ਐਵੇਂ ਦੀ ਜਗ੍ਹਾ 'ਤੇ ਰੱਖਣਾ ਚਾਹੀਦਾ ਜਿੱਥੇ ਰਹਿ ਸਕਣ, ਜਿੱਥੇ ਮਤਲਬ ਉਹਨਾਂ ਦੇ ਦਿਮਾਗ ਦੇ ਵਿੱਚ ਸੀਗਾ ਉਸ ਸਮੇਂ ਕਿ ਹਾਂ ਆਪਾਂ ਇਹਨਾਂ ਨੂੰ ਰੱਖ ਨਹੀਂ ਸਕਦੇ, ਸੰਭਾਲ ਨਹੀਂ ਸਕਦੇ, ਇਹਨਾਂ ਦੀ ਪੜ੍ਹਾਈ ਦਾ ਖਰਚਾ ਕੁੜੀਆਂ ਨੂੰ ਲੈ ਕੇ ਹੋ ਜਾਂਦਾ ਹੈ ਕਿ ਹਾਂ ਅੱਗੇ ਵਿਆਹ ਦੀ ਜ਼ਿੰਮੇਵਾਰੀ ਪੈ ਜੂਗੀ ਇਹ ਉਹ। ਫਿਰ ਉਹਨਾਂ ਨੇ ਆਈ ਥਿੰਕ ਉਹਨਾਂ ਦੇ ਦਿਮਾਗ 'ਚ ਹੋਊਗਾ ਕਿ ਸਾਡੇ 'ਤੇ ਇੱਕ ਬਰਡਨ ਜਿਹਾ ਨਾ ਹੋਵੇ, ਇਸ ਕਰਕੇ ਉਹਨਾਂ ਨੇ ਸ਼ਾਇਦ ਸਾਨੂੰ ਇੱਥੇ, ਬਿਕੋਜ਼ ਮੇਰੇ ਬ੍ਰਦਰ ਵੀ ਐਵੇਂ ਹੀ NGOs ਵਿੱਚ ਰਹਿ ਕੇ, ਸਿਸਟਰ ਵੀ ਇੱਥੇ ਮੇਰੇ ਨਾਲ ਰਹੀ ਸੀਗੀ। ਫਿਰ ਅਸੀਂ ਇੱਥੇ ਹੀ ਰਹਿ ਕੇ, ਸ਼ਾਇਦ ਸਾਡੀ ਕਿਸਮਤ 'ਚ ਇਹ ਸੀ ਕੁਛ ਵਧੀਆ ਕਰਨਾ, ਇਸ ਕਰਕੇ ਅਸੀਂ ਇੱਥੇ ਆਏ ਹਾਂ। ਔਰ ਵਧੀਆ ਲੱਗਦੇ, ਵਧੀਆ ਉਹਨਾਂ ਨੇ ਨਹੀਂ ਰੱਖਿਆ। ਸ਼ਾਇਦ ਆਪਣੇ ਕੋਲ ਰੱਖਦੇ ਤਾਂ ਮੈਂ ਲਾਅ ਨਹੀਂ ਕੰਪਲੀਟ ਕਰ ਸਕਦੀ ਸੀਗੀ, ਮੈਂ ਲਾਅ ਦੀ ਸਟੱਡੀ ਬਾਰੇ ਸੋਚ ਨਹੀਂ ਸੀ ਸਕਦੀ ਕਿ ਸ਼ਾਇਦ ਮੈਨੂੰ ਕੋਈ ਕਰਾ ਸਕਦਾ ਸੀਗਾ। ਬਟ ਲੇਕਿਨ ਮੈਂ ਹੈਪੀ ਹਾਂ, ਮੈਨੂੰ ਇਸ ਜਗ੍ਹਾ ਦਾ ਉਹਨਾਂ ਨੇ ਕਿਤੇ ਨਾ ਕਿਤੇ ਪਤਾ ਕਰਕੇ ਇੱਥੇ ਭੇਜਿਆ, ਨਹੀਂ ਤਾਂ ਸ਼ਾਇਦ ਹੁਣ ਤੱਕ ਮੇਰਾ ਵੀ, ਜਿਵੇਂ ਤੁਹਾਨੂੰ ਪਤਾ ਹੀ ਆ ਕਿ ਕੁੜੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਕਿ ਹਾਂ ਇਹਨਾਂ ਦੇ ਪੇਰੈਂਟਸ ਨਹੀਂ ਹੈਗੇ, ਚਲੋ ਠੀਕ ਆ ਕਰ ਦਿਓ। ਪਰ ਵਧੀਆ ਹੈ। ਤੁਹਾਨੂੰ 15 ਸਾਲ ਹੋ ਗਏ, ਪਿਛਲੇ 15 ਸਾਲਾਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ। ਕੀ 15 ਸਾਲਾਂ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਜਾਂ ਫਿਰ ਰਿਸ਼ਤੇਦਾਰੀਆਂ, ਕੋਈ ਨਾਨਕੇ ਪਰਿਵਾਰ ਦੇ ਵਿੱਚੋਂ ਜਾਂ ਫਿਰ ਤਾਏ ਚਾਚੇ ਕੋਈ ਵੀ ਮਿਲਣ ਆਇਆ ਜਾਂ ਨਹੀਂ? ਦਾਦਕੇ ਸਾਈਡ ਤੋਂ ਕੋਈ ਨਹੀਂ ਆਇਆ, ਚਾਚਾ ਚਾਚੀ ਤਾਂ ਹੈਗੇ ਨਹੀਂ ਬਿਕੋਜ਼ ਡੈਡੀ ਜੀ ਸਭ ਤੋਂ ਛੋਟੇ ਸੀਗੇ, ਤਾਇਆ ਜੀ ਹੁਣਾਂ 'ਚੋਂ ਕੋਈ ਨਹੀਂ ਆਇਆ। ਨਾਨੀ ਔਰ ਮਾਸੀ ਆਉਂਦੇ ਸੀਗੇ। ਫਿਰ ਕੁਝ ਟਾਈਮ ਬਾਅਦ ਜਦੋਂ ਥੋੜ੍ਹੇ ਸਿਆਣੇ ਹੋ ਗਏ, ਪਤਾ ਚੱਲਣ ਲੱਗ ਗਿਆ ਕਿ ਹਾਂ ਹੁਣ ਵੱਡੇ ਹੋ ਗਏ ਨੇ, ਆਉਣਾ ਜਾਣਾ ਖੁਦ ਹੋ ਗਿਆ ਇਹਨਾਂ ਦਾ, ਉਹਨਾਂ ਨੇ ਆਉਣਾ ਜਾਣਾ ਬੰਦ ਕਰ ਦਿੱਤਾ। ਫਿਰ ਉਹ ਵੀ ਨਹੀਂ ਸੀ ਆਉਂਦੇ, ਤਾਂ ਖੁਦ ਚਲੀ ਜਾਈਦਾ ਆਪਸ ਦੇ ਵਿੱਚ, ਆਪਣੇ ਬ੍ਰਦਰ ਸਿਸਟਰ ਨੂੰ ਮਿਲੇ ਆਉਂਦੇ ਆ।
ਨਹੀਂ ਤਾਂ ਕੋਈ ਆਂਦਾ ਹੀ ਨਹੀਂ ਹੈ ਮਿਲਣ ਵਾਸਤੇ। ਤੁਸੀਂ ਆਪਣੇ ਬ੍ਰਦਰ ਸਿਸਟਰ ਦਾ ਜ਼ਿਕਰ ਕਰ ਰਹੇ ਹੋ, ਇਸ ਸੰਸਥਾ ਦੇ ਵਿੱਚ ਨੇ ਉਹ ਵੀ? ਨਹੀਂ, ਉਹ ਹੁਣ ਮਤਲਬ ਮੇਰੀ ਸਿਸਟਰ ਬਾਹਰ ਹੈ ਕਿ ਮਤਲਬ ਜੋਬ ਕਰ ਰਹੀ ਆ। ਉਹਨੇ +2 ਤੋਂ ਬਾਅਦ ਵਿੱਚ ਛੋਟਾ ਕੰਪਿਊਟਰ ਕੋਰਸ ਕਰਿਆ ਹੈ, ਤਾਂ ਉਹ ਜੋਬ ਕਰ ਰਹੀ ਆ, ਨਾਲ ਫਰਦਰ ਸਟੱਡੀ ਕਰੂਗੀ ਉਹ, ਤਾਂ ਉਹ ਬਾਹਰ ਰਹਿ ਰਹੀ ਆ। ਤੇ ਹੁਣ ਜਿੱਦਾਂ ਦਿਲ ਕਰਦਾ ਉਹਨਾਂ ਨੂੰ ਮਿਲ ਲੈਂਦੇ? ਹਾਂਜੀ, ਉਹਨੂੰ ਮਿਲ ਕੇ ਆਉਂਦੀ ਆ ਮੈਂ। ਬ੍ਰਦਰ ਛੋਟਾ ਤੁਹਾਡੇ ਤੋਂ? ਹਾਂਜੀ, ਉਹ ਛੋਟਾ ਹੈ, +2 ਕਲਾਸ ਵਿੱਚ ਆ। ਕਦੇ ਤਿੰਨੇ ਹੀ ਇਕੱਠੇ ਹੁੰਦੇ ਹੋ? ਕਿੰਨੇ ਕੁ ਸਮੇਂ ਬਾਅਦ ਇਕੱਠੇ ਹੋ ਜਾਂਦੇ ਹੋ? ਹੋ ਜਾਂਦਾ ਹੈ ਸਾਲ ਦੇ ਵਿੱਚ। ਅਜੇ ਤਾਂ ਵੈਸੇ ਹੋਇਆ ਨਹੀਂ ਐਵੇਂ ਕਦੀ ਕਿ ਅਸੀਂ ਤਿੰਨੋਂ ਕਦੀ ਇਕੱਠੇ ਹੋਈਏ। ਜ਼ਿੰਦਗੀ 'ਚ ਕਦੇ ਵੀ ਨਹੀਂ ਹੋਇਆ? ਨਹੀਂ, ਹੋਪ ਹੈਗੀ ਆ ਕਿ ਹੋਣਗੇ। ਤਾਂ ਕਈ ਵਾਰ ਹੁੰਦਾ ਕਿ ਆਪਣੇ ਜਿਹੜੇ ਹੁੰਦੇ ਨੇ ਸ਼ਾਇਦ ਆਪਣਿਆਂ ਤੋਂ ਬਿਨਾਂ ਇੱਕ ਦਿਨ ਲੰਘਾਉਣਾ ਵੀ ਬੜਾ ਔਖਾ ਹੋ ਜਾਂਦਾ, ਪਰ ਕਹਿੰਦੇ ਨੇ ਕਿ ਜ਼ਿੰਦਗੀ ਚੁਣੌਤੀਆਂ ਦਾ ਨਾਮ ਹੈ, ਜਿਸ ਨੇ ਚੁਣੌਤੀਆਂ ਹੰਢਾ ਲਈਆਂ ਉਸਨੇ ਜ਼ਿੰਦਗੀ ਵੀ ਹੰਢਾ ਲਈ। ਤੇ ਸ਼ਾਇਦ ਇਸ ਬੱਚੀ ਨੇ ਉਹੀ ਰਾਹ 'ਤੇ ਚੱਲਦੇ ਹੋਏ ਚੁਣੌਤੀਆਂ ਹੰਢਾਈਆਂ ਤੇ ਆਪਣੀ ਜ਼ਿੰਦਗੀ ਵੀ ਹੰਢਾ ਲਈ। ਤੁਸੀਂ ਲਾਅ ਦੀ ਪ੍ਰੈਕਟਿਸ ਕਰ ਰਹੇ ਹੋ, ਕਿਹੋ ਜਿਹਾ ਹੁਣ ਲੱਗਦਾ ਜੋ ਕੁਝ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਹੋਇਆ ਉਸ ਤੋਂ ਬਾਅਦ? ਹੁਣ ਖੁਸ਼ ਹੋ? ਹਾਂਜੀ, ਮੈਂ ਬਹੁਤ ਹੈਪੀ ਹਾਂ, ਬਿਕੋਜ਼ ਜੋ ਮੇਰੇ ਡ੍ਰੀਮ ਸੀ ਉਹਨੇ ਮੈਂ ਪੂਰਾ ਪਰਸਿਊ ਕਰਿਆ ਹੈ, ਉਸਨੂੰ ਅਚੀਵ ਕਰਿਆ ਹੈ। ਔਰ ਆਪਣੀ ਆਉਣ ਵਾਲੀ ਲਾਈਫ ਦੇ ਵਿੱਚ ਖੁਦ ਨੂੰ ਮੋਟੀਵੇਟ ਤੇ ਕਰਨ ਦੇ ਨਾਲ ਨਾਲ ਮੈਂ ਦੂਸਰਿਆਂ ਨੂੰ ਵੀ ਇੰਸਪਾਇਰ ਕਰੂੰਗੀ, ਤਾਂ ਜੋ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਸਾਡੇ ਵਾਸਤੇ ਕੋਈ ਐਵੇਂ ਦੀ ਮੁਸ਼ਕਿਲ ਪੈ ਗਈ ਹੈ, ਉਸ ਮੁਸ਼ਕਿਲ ਦੇ ਨਾਲ ਲੜਨਾ ਹੈ, ਨਾ ਕਿ ਉਸ ਨੂੰ ਆਪਣੀ ਲਾਈਫ ਦੇ ਵਿੱਚ ਇੱਕ ਅਟਕਣ ਬਣਾ ਕੇ ਰੱਖਣਾ। ਨਹੀਂ, ਉਸ ਨਾਲ ਲੜ ਕੇ ਆਪਣੇ ਆਪ ਨੂੰ ਅੱਗੇ ਵਧਾਉਣਾ ਹੈ, ਬਿਕੋਜ਼ ਅਸੀਂ ਗਰਲ ਹਾਂ। ਗਰਲਸ ਪਾਵਰ ਕਿ ਜ਼ਿਆਦਾ ਹੋਣੀਆਂ ਚਾਹੀਦੀਆਂ। ਵਧੀਆ ਤੋਂ ਵਧੀਆ ਅਚੀਵ ਕਰੋ, ਬਹੁਤ ਮਜ਼ਾ ਆਉਂਦਾ ਹੈ ਇਹਨਾਂ ਚੀਜ਼ਾਂ ਨੂੰ ਪਾਰ ਕਰਕੇ। ਕੁਛ ਅੱਛਾ ਜਦੋਂ ਤੁਸੀਂ ਕਰਦੇ ਹੋ, ਫਿਰ ਇੱਕ ਜਗ੍ਹਾ ਜਦੋਂ ਬੈਠਦੇ ਹੋ ਆਪਣੀ ਪੁਰਾਣੀ ਲਾਈਫ ਨੂੰ ਦੇਖਦੇ ਹੋ, ਮਜ਼ਾ ਆਉਂਦਾ ਕਿ ਹਾਂ ਮੈਂ ਇਹ ਸਭ ਕੁਛ ਕਰਕੇ ਅੱਜ ਇੱਥੇ ਹਾਂ। ਸਭ ਕੁਛ ਬਹੁਤ ਅੱਛਾ ਲੱਗਦਾ ਕਿ ਹਾਂ ਮੈਂ ਅੱਜ ਵਕੀਲ ਹਾਂ, ਮੈਨੂੰ ਕਹਿੰਦੇ ਨੇ ਮੇਰੇ ਨਾਮ ਦੇ ਅੱਗੇ ਐਡਵੋਕੇਟ ਮਨਪ੍ਰੀਤ ਕੌਰ ਲੱਗਦਾ ਹੈ। ਬਹੁਤ ਅੱਛੀ ਫੀਲਿੰਗ ਆਉਂਦੀ ਆ। ਕਹਿੰਦੇ ਹੁੰਦੇ ਨੇ ਕਿ ਤਜਰਬਾ ਜਿਹੜਾ ਹੁੰਦਾ, ਉਮਰ ਤਜਰਬਾ ਨਹੀਂ ਸਿਖਾਉਂਦੀ। ਜ਼ਿੰਦਗੀ ਦੇ ਵਿੱਚ ਜਿਹੜੀਆਂ ਚੁਣੌਤੀਆਂ ਹੁੰਦੀਆਂ ਨੇ ਉਹ ਤਜਰਬਾ ਸਿਖਾਉਂਦੀਆਂ ਨੇ। ਜੇਕਰ ਤੁਸੀਂ ਚੁਣੌਤੀਆਂ ਪਾਰ ਕਰਦੇ ਹੋ ਤਾਂ ਤੁਸੀਂ ਆਪਣਾ ਤਜਰਬਾ ਕਿਸੇ ਨਾਲ ਸਾਂਝਾ ਕਰ ਸਕਦੇ ਹੋ। ਸ਼ਾਇਦ ਉਹ ਤਜਰਬਾ ਸੁਣ ਕੇ ਹੋਰ ਬਹੁਤ ਲੋਕ ਨੇ ਜਿਹੜੇ ਪ੍ਰੇਰਿਤ ਹੋਣਗੇ, ਅਤੇ ਮੈਨੂੰ ਲੱਗਦਾ ਤੁਹਾਡੀਆਂ ਗੱਲਾਂ ਤੋਂ ਬਹੁਤ ਸਾਰੇ ਲੋਕ ਪ੍ਰੇਰਿਤ ਹੋਣਗੇ। ਪਰ ਅਖੀਰ ਦੇ ਵਿੱਚ ਜਿੱਥੇ ਤੁਸੀਂ ਆਪਣਾ ਤਜਰਬਾ ਜਿਹੜਾ ਸਾਂਝਾ ਕੀਤਾ, ਅਖੀਰ ਦੇ ਵਿੱਚ ਕੋਈ ਕੀ ਕਹਿਣਾ ਚਾਹੋਗੇ? ਕਿਉਂਕਿ ਇੱਕ ਕੁੜੀ, ਤੁਸੀਂ ਇੰਨਾ ਕੁਛ ਹੰਢਾਇਆ, ਇੰਨਾ ਕੁਛ ਗਵਾਇਆ, ਪਰ ਹੁਣ ਤੁਹਾਨੂੰ ਲੱਗ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਸਹੀ ਕਰ ਲਈ। ਅਖੀਰ ਦੇ ਵਿੱਚ ਅੱਜ ਦੀਆਂ ਕੁੜੀਆਂ ਲਈ, ਅੱਜ ਦੇ ਯੂਥ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ ਕਿ ਕਦੇ ਵੀ ਹਾਰ ਨਹੀਂ ਮੰਨਣੀ। ਚਾਹੇ ਕੋਈ ਵੀ ਲਾਈਫ ਦੇ ਵਿੱਚ ਡਿਫੀਕਲਟੀ ਆਵੇ, ਤੁਹਾਨੂੰ ਚੱਲਦੇ ਰਹੋ, ਅੱਗੇ ਵਧਦੇ ਰਹੋ। ਆਪਣੀ ਮੁਸ਼ਕਿਲਾਂ ਨੂੰ ਫੇਸ ਕਰਨਾ ਹੀ ਇੱਕ ਤੁਹਾਡੇ ਦੇ ਲਈ ਇੱਕ ਜ਼ਿੰਦਗੀ ਦੀ ਸਭ ਤੋਂ ਵੱਡੀ ਬਣ ਜਾਂਦੀ, ਸਕਸੈਸ ਬਣ ਜਾਂਦੀ ਹੈ। ਸੋ ਇਹ ਉਹ ਕੁੜੀ ਆ ਜਿਸ ਨੇ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਵੀ ਝੱਲੀਆਂ, ਮੁਸੀਬਤਾਂ ਵੀ ਝੱਲੀਆਂ, ਅਤੇ ਸਮਾਂ ਜੋ ਇਸ ਕੁੜੀ 'ਤੇ ਆਇਆ, ਪਰ ਉਸਨੂੰ ਸਭ ਨੂੰ ਪਾਰ ਕਰਕੇ ਅੱਜ ਆਪਣੇ ਨਾਂ ਦੇ ਅੱਗੇ ਇਸਨੇ ਐਡਵੋਕੇਟ ਲਗਾਇਆ ਅਤੇ ਹੁਣ ਜ਼ਿੰਦਗੀ ਤੋਂ ਖੁਸ਼ ਹੈ। ਅਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਿਕਰ ਕੀਤਾ ਕਿ ਅੱਜ ਤੱਕ ਉਹ ਮੌਕਾ ਕਦੇ ਨਹੀਂ ਆਇਆ ਕਿ ਤਿੰਨੇ ਤੁਸੀਂ ਭੈਣ ਭਰਾ ਇਕੱਠੇ ਹੋਏ ਹੋਵੋ। ਅਸੀਂ ਵੀ ਉਮੀਦ ਕਰਦੇ ਹਾਂ ਕਿ ਜਲਦ ਉਹ ਵੀ ਸਮਾਂ ਆਵੇ ਅਤੇ ਤੁਸੀਂ ਆਪਣੇ ਭੈਣ ਅਤੇ ਆਪਣੇ ਭਰਾ ਦੇ ਅੱਗੇ ਇੱਕ ਵਕੀਲ ਦੇ ਬਣ ਕੇ ਜਾਓ, ਅਤੇ ਸਾਨੂੰ ਵੀ ਖੁਸ਼ੀ ਹੋਵੇਗੀ। ਪਰ ਜ਼ਿੰਦਗੀ ਚੁਣੌਤੀਆਂ ਦਾ ਹੀ ਨਾਮ ਆ, ਅਤੇ ਸਾਡੇ ਵਰਗੇ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਨੇ ਜੋ ਕਿ ਬਹੁਤ ਜਲਦੀ ਜਿਹੜਾ ਹੌਸਲਾ ਹਾਰ ਜਾਂਦੇ ਨੇ। ਪਰ ਇਸ ਬੱਚੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਜਾਂ ਫਿਰ ਇਸ ਬੱਚੀ ਦੀ ਕਹਾਣੀ ਸੁਣਨ ਤੋਂ ਬਾਅਦ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਪ੍ਰੇਰਿਤ ਹੋਣਗੇ, ਅਤੇ ਸਾਰਿਆਂ ਨੂੰ ਹੀ ਮੈਂ ਆਪ ਵੀ ਅਤੇ ਉਮੀਦ ਕਰਦਾ ਅਤੇ ਅਪੀਲ ਵੀ ਕਰਦਾ ਕਿ ਜ਼ਿੰਦਗੀ ਭਾਵੇਂ ਕੁਛ ਮਰਜ਼ੀ ਤੁਹਾਨੂੰ ਸਿਖਾਵੇ, ਜ਼ਿੰਦਗੀ ਦੇ ਵਿੱਚ ਜਿੰਨਾ ਮਰਜ਼ੀ ਸਮਾਂ ਜਿਹੜਾ ਔਖਾ ਜਾਵੇ, ਪਰ ਕਦੇ ਵੀ ਹੌਸਲਾ ਨਾ ਛੱਡੋ।